ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਆਪ ਸਭ ਦਾ ਆਪਣੇ ਚੈਨਲ ਪੰਜਾਬ ਸਫਲਤਾ ਦੇ ਉੱਤੇ। ਅੱਜ ਆਪਣੀ ਕ੍ਰੈਸ਼ ਕੋਰਸ ਦੀ ਕਲਾਸ 5th ਹੋਏਗੀ, ਜਿਸ ਦੇ ਵਿੱਚ ਆਪਾਂ ਜੀਕੇ ਦੇ ਪ੍ਰੈਕਟਿਸ ਸੈੱਟ ਕਰਾਂਗੇ। ਜੀਕੇ ਦਾ ਪ੍ਰੈਕਟਿਸ ਸੈੱਟ ਜਿਹੜੇ ਪੁਰਾਣੇ ਪੇਪਰਾਂ 'ਚ ਕੁਐਸਚਨ ਆਏ ਹੋਏ ਨੇ, ਠੀਕ ਹੈ, ਪ੍ਰੀਵੀਅਸ ਈਅਰ ਪੇਪਰ 'ਚ ਜਿਹੜੇ ਕੁਐਸਚਨ ਆਏ ਹੋਏ ਨੇ, ਜਿਹੜੇ ਰਿਪੀਟ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ, ਉਹ ਕੁਐਸਚਨ ਅੱਜ ਆਪਾਂ ਕਰਾਂਗੇ। ਚਲੋ ਅੱਜ ਆਪਣਾ ਸੈੱਟ ਕਿਹੜਾ ਰਹੇਗਾ? ਅੱਜ ਆਪਣਾ ਸੈੱਟ ਤੀਸਰਾ ਰਹੇਗਾ। ਚਲੋ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਹੈੱਡਕੁਆਟਰ ਦੱਸਣੇ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਹੈੱਡਕੁਆਟਰ ਕਿੱਥੇ ਨੇ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਹੈੱਡਕੁਆਟਰ ਨੇ ਹੈਗ ਦੇ ਵਿੱਚ ਨੇ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਹੈੱਡਕੁਆਟਰ, ਇਹ ਤੁਸੀਂ ਯਾਦ ਕਰ ਲਿਓ, ਹੈਗ ਦੇ ਵਿੱਚ ਨੇ ਇੰਟਰਨੈਸ਼ਨਲ ਜਸਟਿਸ ਕੋਰਟ ਦੇ ਹੈੱਡਕੁਆਟਰ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਵਿਚ ਮੈਟਲ ਵਾਜ਼ ਫਸਟ ਯੂਜ਼ਡ ਬਾਏ ਹਿਊਮਨ। ਸਭ ਤੋਂ ਪਹਿਲਾ ਮੈਟਲ ਕਿਹੜਾ ਸੀਗਾ ਜਿਹੜਾ ਹਿਊਮਨ ਬੀਇੰਗ ਨੇ ਯੂਜ਼ ਕੀਤਾ ਸੀਗਾ, ਠੀਕ ਹੈ। ਉਹ ਕਿਹੜਾ ਸੀਗਾ? ਉਹ ਸੀਗਾ ਕੋਪਰ, ਤਾਂਬਾ ਸੀਗਾ ਸਭ ਤੋਂ ਪਹਿਲਾ ਮੈਟਲ ਜਿਹੜਾ ਹਿਊਮਨ ਬੀਇੰਗ ਨੇ ਯੂਜ਼ ਕੀਤਾ ਸੀਗਾ, ਠੀਕ ਹੈ, ਕੋਪਰ, ਠੀਕ ਹੈ, ਕੋਪਰ ਸੀਗਾ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਮੌਂਟੇਗਿਊ ਕਲੈਮਫੋਰਡ ਰਿਫੋਰਮ ਵਰ ਇੰਟਰੋਡਿਊਸ ਇਨ ਵਿਚ ਈਅਰ? ਮੌਂਟੇਗਿਊ ਕਲੈਮਫੋਰਡ ਰਿਪੋਰਟ ਕਦੋਂ ਆਏ ਸੀਗੇ? 1990 ਦੇ ਵਿੱਚ, ਠੀਕ ਹੈ। ਇਸ ਨੂੰ ਹੀ ਆਪਾਂ ਇੱਕ ਹੋਰ ਨਾਮ ਤੋਂ ਵੀ ਜਾਣਦੇ, ਗਵਰਨਮੈਂਟ ਆਫ ਇੰਡੀਆ ਐਕਟ 1990। ਗਵਰਨਮੈਂਟ ਆਫ ਇੰਡੀਅਨ ਐਕਟ 1990 ਤੋਂ ਵੀ ਜਾਣਦੇ ਆ। ਇਸ ਐਕਟ ਦੇ ਅੰਡਰ ਕੀ ਹੋਇਆ ਸੀਗਾ ਇਹ ਵੀ ਤੁਹਾਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ, ਠੀਕ ਹੈ। ਮੈਂ ਤੁਹਾਨੂੰ ਉੱਪਰ ਦੱਸਦਾ ਨਾ, ਵੈਸੇ ਡਿਟੇਲ ਦੇ ਵਿੱਚ ਤੁਸੀਂ ਕੀਤਾ ਹੋਏਗਾ ਵੈਸੇ ਇੱਕ ਵਾਰੀ, ਫਿਰ ਵੀ ਇੱਕ ਵਾਰ ਦੇਖ ਲਓ। ਦੇਖੋ ਮੌਂਟੇਗਿਊ ਕਲੈਮਫੋਰਡ ਜਿਹੜੇ ਰਿਫੋਰਮ ਹੈ, ਇਹਨਾਂ ਨੂੰ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1990 ਵੀ ਕਹਿੰਦੇ, 1919। ਇਸ ਦੇ ਵਿੱਚ ਕੀ ਕੀਤਾ ਸੀਗਾ ਅੰਗਰੇਜ਼ਾਂ ਨੇ? ਇਸ ਦੇ ਵਿੱਚ ਜਿਹੜੀ ਆਪਣੀ ਪ੍ਰੋਵਿੰਸ ਸੀਗੀ ਨਾ, ਜਿਹੜੀ ਆਪਣੀ ਰਾਜ ਸੀਗਾ, ਠੀਕ ਹੈ, ਉਹਦੇ ਵਿੱਚ ਡੀਆਰਕੀ ਲਿਆ ਸੀ। ਡੀਆਰਕੀ ਮਤਲਬ ਜਿਹੜੇ ਸਬਜੈਕਟ ਸੀ ਦੋ ਹਿੱਸਿਆਂ 'ਚ ਵੰਡਤੇ ਸੀਗੇ। ਇੱਕ ਤਾਂ ਰਿਜ਼ਰਵ ਸੀਗੇ, ਦੂਸਰੇ ਕਿਹੜੇ ਟਰਾਂਸਫਰ, ਠੀਕ ਹੈ। ਹੁਣ ਜਿਹੜੇ ਰਿਜ਼ਰਵ ਸਬਜੈਕਟ ਸੀਗੇ ਇਹ ਕੌਣ ਕੰਟਰੋਲ ਕਰੇਗਾ? ਇਹ ਕੰਟਰੋਲ ਸਿਰਫ ਕਰੇਗਾ ਬ੍ਰਿਟਿਸ਼। ਜੇ ਟਰਾਂਸਫਰ ਹੋਣਗੇ ਇਹ ਆਪਣੇ ਇੰਡੀਅਨਸ ਵੀ ਇਹਨੂੰ ਕੰਟਰੋਲ ਕਰ ਸਕਦੇ ਨੇ, ਠੀਕ ਹੈ। ਰਿਜ਼ਰਵ ਸੈਕਸ਼ਨ ਦੇ ਵਿੱਚ ਕਿਹੜੇ ਆਉਂਦੇ ਜਿਹੜੇ ਵੀ ਇੰਪੋਰਟੈਂਟ ਹੁੰਦੇ, ਜਿਵੇਂ ਪੁਲਿਸ ਹੋ ਗਿਆ, ਜਸਟਿਸ ਹੋ ਗਿਆ, ਫਾਈਨੈਂਸ। ਪੁਲਿਸ, ਜਸਟਿਸ, ਫਾਈਨੈਂਸ ਕੌਣ ਕੰਟਰੋਲ ਕਰੇਗਾ? ਬ੍ਰਿਟਿਸ਼ਰ। ਜਿਹੜੇ ਬਾਕੀ ਟਰਾਂਸਫਰ ਦੇ ਵਿੱਚ ਜਿਵੇਂ ਐਜੂਕੇਸ਼ਨ ਹੋ ਗਈ, ਹੈਲਥ ਹੋ ਗਿਆ, ਇਹ ਕੌਣ ਕਰਨਗੇ? ਇੰਡੀਅਨ ਮਿਨਿਸਟਰ, ਠੀਕ ਹੈ। ਡੀਆਰਕੀ ਲਿਆਏ ਸੀਗੇ। ਹੋਰ ਕੀ ਲਿਆਏ ਸੀਗੇ? ਬਾਈ ਕੈਮਰਲ ਐਟ ਸੈਂਟਰ। ਬਾਈ ਕੈਮਰਲ ਲਿਆ ਸੀ ਸੈਂਟਰ ਦੇ ਵਿੱਚ, ਦੋ ਹਾਊਸਿਸ 'ਚ ਵੰਡਤਾ ਸੀਗਾ, ਜਿਵੇਂ ਹੁਣ ਹੁੰਦੇ ਨੇ ਦੋ ਹਾਊਸ, ਲੋਅਰ ਹਾਊਸ ਅਤੇ ਅੱਪਰ ਹਾਊਸ, ਦੋ ਹਾਊਸਾਂ ਦੇ ਵਿੱਚ ਵੰਡਤਾ ਸੀ ਗਵਰਨਮੈਂਟ ਆਫ ਇੰਡੀਆ ਐਕਟ 1990 ਦੇ ਵਿੱਚ, ਠੀਕ ਹੈ। ਸਮਝ ਗਏ? ਚਲੋ ਇਹ ਦੋ ਚੀਜ਼ਾਂ ਇੰਪੋਰਟੈਂਟ ਸੀਗੀਆਂ ਜਿਹੜੀਆਂ ਆਪਾਂ ਨੂੰ ਯਾਦ ਹੋਣੀ ਚਾਹੀਦੀ ਗਵਰਨਮੈਂਟ ਆਫ ਇੰਡੀਆ ਐਕਟ। ਇੱਕ ਤਾਂ ਕੀ ਲਿਆ ਸੀ? ਪ੍ਰੋਵੀਜ਼ਨਲ ਡੀਆਰਕੀ, ਠੀਕ ਹੈ, ਦੋ ਹਿੱਸਿਆਂ 'ਚ ਵੰਡਤਾ ਸੀ। ਇੱਕ ਲਿਆ ਸੀ ਬਾਈ ਕੈਮਰਲ ਸੈਂਟਰ, ਮਤਲਬ ਇੱਕ ਅੱਪਰ ਹਾਊਸ, ਇੱਕ ਲੋਅਰ ਹਾਊਸ। ਇਹ ਗਵਰਨਮੈਂਟ ਆਫ ਇੰਡੀਆ 'ਚ 1919 ਦੇ ਵਿੱਚ ਲੈ ਕੇ ਆਏ ਸੀਗੇ, ਠੀਕ ਹੈ। ਚਲੋ ਇਹਨੂੰ ਆਪਾਂ ਮੌਂਟੇਗਿਊ ਕਲੈਮਫੋਰਡ ਰਿਪੋਰਟ ਦੇ ਨਾਮ ਤੋਂ ਵੀ ਜਾਣਦੇ ਹਾਂ, 1919। ਚਲੋ ਅਗਲਾ ਕੁਐਸਚਨ ਚੱਲਦੇ ਹਾਂ। ਜਿਹੜਾ ਅਗਲਾ ਕੁਐਸਚਨ ਹੈ ਰੁਪੀ। ਦ ਰੁਪੀ ਫਸਟ ਇੰਟਰੋਡਿਊਸ ਇਨ ਇੰਡੀਆ ਬਾਏ। ਰੁਪਇਆ ਜਿਹੜਾ ਹੈਗਾ, ਇਹ ਕੌਣ ਲੈ ਕੇ ਆਇਆ ਸੀ ਇੰਡੀਆ 'ਚ? ਰੁਪਇਆ ਜਿਹੜਾ ਅੱਖਰ ਹੈ ਇਹ ਲੈ ਕੇ ਆਏ ਸ਼ੇਰਸ਼ਾਹ ਸੂਰੀ ਨੇ ਰੁਪਇਆ ਇੰਟਰੋਡਿਊਸ ਕੀਤਾ ਸੀਗਾ, ਠੀਕ ਹੈ। ਰੁਪਇਆ ਇੰਟਰੋਡਿਊਸ ਕਿਹਨੇ ਕੀਤਾ ਸੀਗਾ? ਸ਼ੇਰਸ਼ਾਹ ਸੂਰੀ ਨੇ ਇੱਕ ਚੀਜ਼ ਹੋਰ ਇੰਟਰੋਡਿਊਸ ਕੀਤੀ ਸੀ, ਉਹ ਸੀ GT ਰੋਡ ਬਣਾਈ ਸੀ ਇਹਨੇ। GT ਰੋਡ ਵੀ ਕਿਹਨੇ ਬਣਾਈ ਸੀਗੀ? ਸ਼ੇਰਸ਼ਾਹ ਸੂਰੀ ਨੇ ਬਣਾਈ ਸੀ। ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸ਼ੇਰਸ਼ਾਹ ਸੂਰੀ ਦੇ ਦੋ ਕੰਮ ਕੀ ਸੀ? ਕਿਤੇ GT ਰੋਡ ਬਣਾਈ ਸੀ, ਇੱਕ ਇਹਨੇ ਕੀ ਬਣਾਏ ਸੀਗੇ? ਰੁਪਈਆ ਇੰਟਰੋਡਿਊਸ ਕੀਤਾ ਸੀ ਇੰਡੀਆ ਦੇ ਵਿੱਚ। ਸਮਝ ਗਏ ਸ਼ੇਰਸ਼ਾਹ ਸੂਰੀ ਬਾਰੇ ਜੋ ਦੋ ਗੱਲਾਂ ਇੰਪੋਰਟੈਂਟ ਨੇ। ਚਲੋ ਇੱਕ ਤੁਹਾਡੇ ਵਾਸਤੇ ਹੋਮਵਰਕ ਕੁਐਸਚਨ ਹੈ, ਜਿਹੜੀ GT ਰੋਡ ਸੀਗੀ ਇਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾਂਦੀ ਸੀ, ਠੀਕ ਹੈ, ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾਂਦੀ ਸੀ GT ਰੋਡ? ਇਹ ਤੁਸੀਂ ਮੈਨੂੰ ਕਮੈਂਟ 'ਚ ਕਰਕੇ ਦੱਸਿਓ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਵਿਚ ਪਲੈਨਟ ਹੈਜ਼ ਦਾ ਲਾਰਜੈਸਟ ਨੰਬਰ ਆਫ ਮੂਨ। ਸਭ ਤੋਂ ਜ਼ਿਆਦਾ ਚੰਦਰਮਾ ਕਿਹੜੇ ਪਲੈਨਟ ਕੋਲ ਨੇ? ਸਭ ਤੋਂ ਜ਼ਿਆਦਾ ਚੰਦਰਮਾ ਐਸ ਆਫ 2025, ਠੀਕ ਹੈ। ਚੰਦਰਮਾ ਜਿਹੜੇ ਹੁੰਦੇ ਨੇ ਨਾ ਇਹ ਨਾ ਲੱਭਦੇ ਰਹਿੰਦੇ ਨੇ, ਠੀਕ ਹੈ। ਪਰ 2025 ਦੇ ਸਭ ਤੋਂ ਜ਼ਿਆਦਾ ਚੰਦਰਮਾ ਕਿਹਦੇ ਕੋਲ ਸੀਗੇ? ਸੈਟਰਨ ਕੋਲ ਸੀਗੇ। ਕਦੇ ਸੈਟਰਨ ਕੋਲ ਜ਼ਿਆਦਾ ਹੁੰਦੇ, ਕਦੇ ਜੂਪੀਟਰ ਕੋਲ ਜ਼ਿਆਦਾ ਹੁੰਦੇ ਨੇ, ਪਰ 2025 ਸਭ ਤੋਂ ਜ਼ਿਆਦਾ ਕਿਹਦੇ ਕੋਲ ਸੀਗੇ? ਸੈਟਰਨ ਕੋਲ, ਠੀਕ ਹੈ। ਜੂਪੀਟਰ ਕੋਲ ਦੂਜੇ ਨੰਬਰ 'ਤੇ ਨੇ। ਸਭ ਤੋਂ ਜ਼ਿਆਦਾ ਚੰਦਰਮਾ ਕਿਹਦੇ ਕੋਲ ਨੇ? ਸੈਟਰਨ ਕੋਲ ਨੇ। ਤਾਂ ਹੁਣ ਵੀ ਇਹ ਕੁਐਸਚਨ ਆਊਗਾ ਤਾਂ ਸੈਟਰਨ ਹੀ ਰਹੇਗਾ, ਕਿਉਂਕਿ ਹਜੇ ਵੀ ਸਭ ਤੋਂ ਜ਼ਿਆਦਾ ਚੰਦਰਮਾ ਕਿਹਦੇ ਕੋਲ ਨੇ? ਸੈਟਰਨ ਕੋਲ ਨੇ, ਠੀਕ ਹੈ। ਸੈਟਰਨ ਕੋਲ ਆਲਮੋਸਟ ਕਿੰਨੇ ਨੇ ਇਹ ਵੀ ਕੁਐਸਚਨ ਪੁੱਛ ਸਕਦੇ ਨੇ। 274 ਮੂਨ ਨੇ। 274 ਮੂਨ ਨੇ ਕਿਹਦੇ ਕੋਲ? ਸੈਟਰਨ ਕੋਲ, ਠੀਕ ਹੈ। ਸਾਨੂੰ ਪਤਾ ਹੋਣਾ ਚਾਹੀਦਾ 274 ਮੂਨਸ ਨੇ ਕਿਹਦੇ ਕੋਲ? ਸੈਟਰਨ ਕੋਲ। ਜੂਪੀਟਰ ਕੋਲ ਕਿੰਨੇ ਨੇ? ਜੂਪੀਟਰ ਕੋਲ ਨੇ 95। ਇਹ ਵੀ ਤੁਹਾਨੂੰ ਪਤਾ ਹੋਣਾ। ਜੂਪੀਟਰ ਕੋਲ ਕਿੰਨੇ? 95 ਨੇ। ਅਤੇ ਸੈਟਰਨ ਕੋਲ ਕਿੰਨੇ ਨੇ? 274। ਯੂਰੇਨਸ ਕੋਲ ਕਿੰਨੇ ਨੇ? 28, ਠੀਕ ਹੈ। 16 ਨੇ ਨੈਪਚਰ ਕੋਲ ਕਿੰਨੇ ਨੇ? 16। ਇਹ ਸਾਰੇ ਮੂਨਸ ਤੁਹਾਨੂੰ ਪਤਾ ਹੋਣੇ। ਸਭ ਤੋਂ ਜ਼ਿਆਦਾ ਕਿਹਦੇ ਕੋਲ ਨੇ? ਸੈਟਰਨ ਕੋਲ ਨੇ।
ਕਿਉਂਕਿ ਨਾ ਹੁਣੀ 128 ਨਵੇਂ ਮੂਨ ਆਪਾਂ ਨੂੰ ਸੈਟਰਨ ਦੇ ਲੱਭ ਗਏ। ਕਿੰਨੇ ਨਵੇਂ ਮੂਨ ਲੱਭੇ ਨੇ? 128, ਤਾਂ ਕਰਕੇ ਹੁਣ ਸੈਟਰਨ ਸਭ ਤੋਂ ਅੱਗੇ ਹੋ ਗਿਆ। ਠੀਕ ਹੈ, ਇਹ ਤੁਸੀਂ ਕਰੰਟ ਅਫੇਅਰ ਵਿੱਚ ਪੜ੍ਹਿਆ ਵੀ ਹੋਣਾ। ਚਲੋ ਅਗਲਾ ਜਿਹੜਾ ਹੈਗਾ ਉਹ ਹੈਗਾ ਕੋਇਲਾ ਸ਼ਕਤੀ ਡੈਸ਼ਬੋਰਡ। ਕੋਇਲਾ ਸ਼ਕਤੀ ਡੈਸ਼ਬੋਰਡ ਇਹ ਕਿਹੜੀ ਲਾਂਚ ਕੀਤਾ ਹੈ, ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ? ਇਹ ਵੀ ਕੁਐਸਚਨ ਆ ਸਕਦਾ ਹੈ। ਮਿਨਿਸਟਰੀ ਆਫ ਕੋਲ ਨੇ ਲਾਂਚ ਕੀਤਾ। ਠੀਕ ਹੈ, ਇਹਦਾ ਪਰਪਸ ਕੀ ਹੈ? ਕੋਇਲਾ ਸ਼ਕਤੀ ਡੈਸ਼ਬੋਰਡ ਦਾ ਕੀ ਪਰਪਸ ਹੈ? ਰੀਅਲ ਟਾਈਮ ਕੋਲ ਪ੍ਰੋਡਕਸ਼ਨ ਐਂਡ ਡਿਸਪੈਚ ਐਨਾਲਿਸਿਸ, ਵੀ ਕਿੰਨੀ ਕੋਲ ਦੀ ਪ੍ਰੋਡਕਸ਼ਨ ਹੋ ਰਹੀ ਹੈ ਅਤੇ ਕਿੰਨਾ ਡਿਸਪੈਚ ਹੋ ਰਿਹਾ, ਵੀ ਕਿੰਨਾ ਅੱਗੇ ਡਿਸਪੈਚ ਹੋ ਰਿਹਾ, ਇਹਦੀ ਕੀ ਕਰਨੀ ਹੈ? ਦੇਖ ਰੇਖ ਵਾਸਤੇ ਆ ਬਣਾਇਆ, ਕੀ ਬਣਾਇਆ? ਕੋਇਲਾ ਸ਼ਕਤੀ ਡੈਸ਼ਬੋਰਡ। ਕੋਇਲਾ ਸ਼ਕਤੀ ਡੈਸ਼ਬੋਰਡ ਕਿਹੜੀ ਮਿਨਿਸਟਰੀ ਨੇ ਬਣਾਇਆ? ਮਿਨਿਸਟਰੀ ਆਫ ਕੋਲ ਨੇ। ਠੀਕ ਹੈ, ਰੀਅਲ ਟਾਈਮ ਕੋਲ ਪ੍ਰੋਡਕਸ਼ਨ, ਵੀ ਕਿੰਨਾ ਕੋਲ ਪ੍ਰੋਡਿਊਸ ਹੋ ਰਿਹਾ ਅਤੇ ਕਿੰਨਾ ਡਿਸਪੈਚ ਹੋ ਰਿਹਾ, ਇਹਦੇ ਐਨਾਲਿਸਿਸ ਕਰਕੇ ਇੱਕ ਡੈਸ਼ਬੋਰਡ ਬਣਾਇਆ ਜਿਹਦੇ ਵਿੱਚ ਇਹ ਸਾਰਾ ਕੁਝ ਕੀ ਹੋਏਗਾ? ਰੱਖਿਆ ਜਾਏਗਾ। ਠੀਕ ਹੈ, ਕੋਇਲਾ ਸ਼ਕਤੀ ਡੈਸ਼ਬੋਰਡ। ਚਲੋ ਅਗਲੇ ਕੁਐਸਚਨ ਚੱਲਦੇ। ਅਗਲਾ ਕੁਐਸਚਨ ਹੈ GI ਟੈਗ ਮਿਲਿਆ। ਠੀਕ ਹੈ, GI ਟੈਗ ਵੀ ਇੰਪੋਰਟੈਂਟ ਨੇ। ਇਹ ਵੀ ਆਪਾਂ ਹੁਣ ਰੋਜ਼ ਸਵੇਰੇ ਇੱਕ ਕਲਾਸ ਕਰਿਆ ਕਰਾਂਗੇ ਕਰੰਟ ਅਫੇਅਰ ਦੀ। ਮੰਡੇ ਤੋਂ ਸਟਾਰਟ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਸਾਰੇ ਕਰਾ ਦਾਂਗੇ ਚੀਜ਼ਾਂ। ਠੀਕ ਹੈ, GI ਟੈਗ ਗਰੰਟਿਡ ਟੂ ਕਡਮਲ ਹਲਦੀ। ਇਹ ਕਡਮਲ ਹਲਦੀ ਕਿਹਨੂੰ ਰੈਫਰ ਕਰ ਰਹੇ ਨੇ? ਇੱਕ ਆਪਣੀ ਹਲਦੀ ਹੈ। ਠੀਕ ਹੈ, ਕਡਮਲ ਹਲਦੀ ਇੱਕ ਤਰ੍ਹਾਂ ਦੀ ਹਲਦੀ ਹੈ। ਇਹ ਕਿਹੜੇ ਸਟੇਟ ਦੀ ਹਲਦੀ ਹੈ? ਕਡਮਲ ਹਲਦੀ ਇਹ ਹੈਗੀ ਉੜੀਸਾ ਦੀ। ਇਹਨੂੰ GI ਟੈਗ ਮਿਲਿਆ। ਉੜੀਸਾ ਦੀ ਹਲਦੀ ਹੈ ਕਡਮਲ ਹਲਦੀ ਜਿਹਨੂੰ ਕੀ ਮਿਲਿਆ? GI ਟੈਗ ਮਿਲਿਆ ਹੈ। ਪਹਿਲੀ ਵੂਮੈਨ ਕਿਹੜੀ ਸੀਗੀ ਜਿਹਨੂੰ ਜਨਪਿਤ ਅਵਾਰਡ ਮਿਲਿਆ ਸੀ? ਜਨਪਿਤ ਅਵਾਰਡ। ਠੀਕ ਹੈ, ਗਿਆਨਪਿਤ ਅਵਾਰਡ ਕਿਹਨੂੰ ਮਿਲਿਆ ਸੀ? ਸਭ ਤੋਂ ਪਹਿਲੀ ਜਿਹੜੀ ਵੂਮੈਨ ਹੈ ਉਹ ਸੀਗੀ ਗਿਆਨਪਿਤ। ਸਭ ਤੋਂ ਪਹਿਲੀ ਜਿਹੜੀ ਵੂਮੈਨ ਹੈ ਉਹ ਕਿਹਨੂੰ ਮਿਲਿਆ ਸੀ ਗਿਆਨਪਿਤ ਅਵਾਰਡ? ਫਸਟ ਵੂਮੈਨ ਕੌਣ ਸੀਗੀ? ਅਸ਼ਬਦਾਪੁਰਾ ਦੇਵੀ। ਠੀਕ ਹੈ, ਅਸ਼ਬਦਾਪੁਰਾ ਦੇਵੀ ਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਗਿਆਨਪਿਤ ਅਵਾਰਡ। ਠੀਕ ਹੈ, ਗਿਆਨਪਿਤ ਅਵਾਰਡ ਕਿਹ 'ਚ ਮਿਲਦਾ ਹੁੰਦਾ? ਜਿਹੜਾ ਬਹੁਤ ਐਕਸਟ੍ਰੀਮ ਲੈਵਲ 'ਤੇ ਲਿਟਰੇਚਰ ਵਿੱਚ ਕੰਮ ਕਰਦਾ ਉਹਨੂੰ ਮਿਲਦਾ ਗਿਆਨਪਿਤ ਅਵਾਰਡ ਮਿਲਦਾ। ਇੱਕ ਸਭ ਤੋਂ ਪਹਿਲੀ ਵੂਮੈਨ ਕਿਹੜੀ ਸੀਗੀ ਜਿਹਨੂੰ ਮਿਲਿਆ ਸੀਗਾ ਗਿਆਨਪਿਤ ਅਵਾਰਡ? ਉਹਦਾ ਨਾਮ ਸੀਗਾ ਅਸ਼ੁਪੂਰਮਨਾ ਦੇਵੀ। ਠੀਕ ਹੈ, ਅਤੇ ਅਗਲਾ ਕੁਐਸਚਨ ਹੈ ਹੂ ਬਿਕਮ ਦਾ 89th ਚੈਸ ਗ੍ਰੈਂਡ ਮਾਸਟਰ ਇਨ ਇੰਡੀਆ। 89th ਚੈਸ ਗ੍ਰੈਂਡ ਮਾਸਟਰ ਕੌਣ ਬਣਿਆ ਸੀਗਾ? ਠੀਕ ਹੈ, ਇਹ ਉਸ ਟਾਈਮ ਦਾ ਕਰੰਟ ਅਫੇਅਰ ਦਾ ਕੁਐਸਚਨ ਸੀਗਾ। ਇਹ ਬਣਿਆ ਸੀ ਪ੍ਰਣਵ ਆਨੰਦ ਬਣਿਆ ਸੀ 89th ਚੈਸ ਗ੍ਰੈਂਡ ਮਾਸਟਰ ਇੰਡੀਆ ਦਾ। ਠੀਕ ਹੈ, ਚਲੋ ਅਗਲਾ ਕੁਐਸਚਨ ਹੈ ਮਾਊਂਟੇਨ ਪਾਸ ਦੇ ਉੱਤੇ। ਠੀਕ ਹੈ, ਮਾਊਂਟੇਨ ਪਾਸ ਦੇ ਉੱਤੇ ਕਹਿੰਦੇ ਕਿਹੜਾ ਮਾਊਂਟੇਨ ਪਾਸ ਹੈ ਜਿਹੜਾ ਸ਼੍ਰੀਨਗਰ ਨੂੰ? ਪਾਸ ਕੀ ਹੁੰਦਾ? ਦੇਖੋ ਐ ਪਹਾੜ ਬਣੇ ਹੁੰਦੇ ਨੇ ਨਾ, ਪਾਸ ਕੀ ਹੁੰਦਾ? ਜਿਹੜਾ ਇਹਨਾਂ ਵਿੱਚੋਂ ਰਸਤਾ ਜਾਂਦਾ ਹੁੰਦਾ। ਠੀਕ ਹੈ, ਜਿਹੜਾ ਇਹਨਾਂ ਵਿੱਚੋਂ ਰਸਤਾ ਜਾਂਦਾ ਹੁੰਦਾ, ਕਿਹੜਾ ਪਾਸ ਹੈ ਜਿਹੜਾ ਸ਼੍ਰੀਨਗਰ ਨੂੰ ਲੇਹ ਨਾਲ ਕਨੈਕਟ ਕਰਦਾ? ਉਹ ਕਿਹੜਾ ਪਾਸ ਹੈ ਜਿਹੜਾ ਸ਼੍ਰੀਨਗਰ ਨੂੰ ਲੇਹ ਨਾਲ ਕਨੈਕਟ ਕਰਦਾ? ਕਿਹੜਾ ਪਾਸ ਹੈ ਜਿਹੜਾ ਮਾਊਂਟੇਨ ਪਾਸ ਵਿੱਚ ਕਨੈਕਟ ਸ਼੍ਰੀਨਗਰ ਟੂ ਲੇਹ? ਕਿਹੜਾ ਪਾਸ ਹੈ ਉਹ? ਜੋਜੀਲਾ ਪਾਸ ਹੈ ਜਿਹੜਾ ਕਿਹਨੂੰ ਕਨੈਕਟ ਕਰਦਾ? ਸ਼੍ਰੀਨਗਰ ਨੂੰ ਲੇਹ ਨਾਲ ਕਨੈਕਟ ਕਰਦਾ ਹੈ। ਰੋਹਤਾਂਗ ਪਾਸ ਕਿਹਨੂੰ ਕਨੈਕਟ ਕਰਦਾ? ਇਹ ਕਰਦਾ ਆਪਣਾ ਮਨਾਲੀ ਨੂੰ ਸਪਿਤਾ ਵੈਲੀ ਨਾਲ ਕਨੈਕਟ ਕਰਦਾ ਹੈ ਰੋਹਤਾਂਗ ਪਾਸ। ਠੀਕ ਹੈ, ਜਿਹੜਾ ਸ਼ਿਪਕਿਲਾ ਪਾਸ ਕਿਹਨੂੰ ਕਨੈਕਟ ਕਰਦਾ? ਇਹ ਹੁੰਦਾ ਇਹ ਸ਼ਿਪਕਿਲਾ ਪਾਸ ਜਿਹੜਾ ਹੈਗਾ ਇਹ ਕਿੱਥੇ? ਆਪਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਠੀਕ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਹਿਮਾਚਲ ਪ੍ਰਦੇਸ਼ ਅਤੇ ਚਾਈਨਾ ਦੇ ਵਿੱਚ ਹੈ ਇਹ ਆਪਣਾ ਪਾਸ। ਅਤੇ ਹਿਮਾਚਲ ਪ੍ਰਦੇਸ਼ ਨੂੰ ਚਾਈਨਾ ਨਾਲ ਕਨੈਕਟ ਕਰਦਾ ਕਿਹੜਾ? ਸ਼ਿਪਕਿਲਾ ਪਾਸ। ਠੀਕ ਹੈ, ਹਿਮਾਚਲ ਪ੍ਰਦੇਸ਼ ਨੂੰ ਚਾਈਨਾ ਕਿਹੜਾ ਰੀਜਨ? ਤਿੱਬਤਨ ਰੀਜਨ ਨੂੰ ਕਨੈਕਟ ਕਰਦਾ ਹੈ ਹਿਮਾਚਲ ਪ੍ਰਦੇਸ਼ ਨਾਲ ਕੌਣ? ਸ਼ਿਪਕਿਲਾ ਪਾਸ। ਠੀਕ ਹੈ, ਸਮਝ ਗਏ ਪਾਸ ਬਾਰੇ? ਚਲੋ ਅਗਲੇ ਕੁਐਸਚਨ ਚੱਲਦੇ ਹਾਂ। ਅਗਲਾ ਕੁਐਸਚਨ ਹੈਗਾ ਫਰੀडम फाइटर ਊਧਮ ਸਿੰਘ। ਅਗਲਾ ਕੁਐਸਚਨ ਕੀ ਹੈ? ਫਰੀडम फाइटर ਊਧਮ ਸਿੰਘ ਵਾਜ਼ ਐਗਜ਼ੀਕਿਊਟਿਡ ਬਾਈ ਬ੍ਰਿਟਿਸ਼ਰ ਇਨ ਲੰਡਨ। ਠੀਕ ਹੈ, ਲੰਡਨ ਫॉर ਅਵੈਂਜਿੰਗ ਦਾ ਬ੍ਰਿਟਿਸ਼ ਆਫੀਸ਼ੀਅਲ ਰੋਲ ਇਨ ਦਾ ਜਲਿਆਂਵਾਲਾ ਬਾਗ ਮੈਨੇਸਕਰ। ਇਹੀ ਪੁੱਛਿਆ ਵੀ ਫਰੀडम फाइटर ਜਿਹੜਾ ਊਧਮ ਸਿੰਘ ਸੀਗਾ ਇਹਨੇ ਕਿਹਨੂੰ ਮਾਰਿਆ ਸੀ? ਇਹਨੇ ਮਾਰਿਆ ਸੀ ਮਾਈਕਲ ਓ ਡਾਇਰ ਨੂੰ ਮਾਰਿਆ ਸੀਗਾ ਕਿਹਨੇ? ਊਧਮ ਸਿੰਘ ਜੀ ਨੇ। ਠੀਕ ਹੈ, ਕਿਹਨੂੰ ਮਾਰਿਆ ਸੀ? ਮਾਈਕਲ ਓ ਡਾਇਰ ਨੂੰ। ਠੀਕ ਹੈ, ਅਗਲਾ ਹੈ ਗੋਬਿੰਦ ਨਗਰ ਫੋਰਟ ਕਿੱਥੇ ਹੈ? ਇਹ ਵੀ ਪੁੱਛ ਸਕਦੇ ਨੇ ਕਿੱਥੇ ਹੈ? ਅੰਮ੍ਰਿਤਸਰ ਦੇ ਵਿੱਚ ਹੈ ਗੋਬਿੰਦ ਨਗਰ ਫੋਰਟ। ਠੀਕ ਹੈ, ਇਹ ਕਿਹਨੇ ਬਣਵਾਇਆ ਸੀਗਾ? ਗੋਬਿੰਦ ਨਗਰ ਫੋਰਟ ਬਣਵਾਇਆ ਸੀ। ਤੁਸੀਂ ਯਾਦ ਕਰ ਲਿਓ, ਗੋਬਿੰਦ ਨਗਰ ਫੋਰਟ ਅੰਮ੍ਰਿਤਸਰ ਦੇ ਵਿੱਚ ਹੈ। ਕਿਹਨੇ ਬਣਾਇਆ ਸੀਗਾ? ਗੁੱਜਰ ਸਿੰਘ ਭੰਗੀ ਨੇ ਕੀ ਬਣਾਇਆ ਸੀਗਾ? ਆਪਣਾ ਗੋਬਿੰਦ ਨਗਰ ਫੋਰਟ। ਠੀਕ ਹੈ, ਗੋਬਿੰਦ ਨਗਰ ਫੋਰਟ ਕਿਹਨੇ ਬਣਾਇਆ ਸੀ? ਗੁੱਜਰ ਸਿੰਘ ਭੰਗੀ ਨੇ। ਚਲੋ ਅਗਲਾ ਕੁਐਸਚਨ ਹੈ ਮਾਘੀ ਦਾ ਮੇਲਾ ਕਿੱਥੇ ਲੱਗਦਾ? ਇਹ ਪਤਾ ਹੋਣਾ ਚਾਹੀਦਾ ਤੁਹਾਨੂੰ। ਮਾਘੀ ਦਾ ਮੇਲਾ ਕਿੱਥੇ ਲੱਗਦਾ? ਮੁਕਤਸਰ ਸਾਹਿਬ ਦੇ ਵਿੱਚ ਲੱਗਦਾ। ਕਿਹਦੀ ਯਾਦ 'ਚ ਲੱਗਦਾ? ਇਹ ਕੁਐਸਚਨ ਪੁੱਛਿਆ ਕਿਹਦੀ ਯਾਦ 'ਚ ਲੱਗਦਾ? ਇਹ ਲੱਗਦਾ ਆਪਣਾ ਚਲੀ ਮੁਕਤਿਆ ਦੀ ਸ਼ਹਾਦਤ ਵਿੱਚ ਲੱਗਦਾ। ਠੀਕ ਹੈ, ਚਲੀ ਮੁਕਤਿਆ ਦੀ ਸ਼ਹਾਦਤ ਵਿੱਚ ਲੱਗਦਾ ਕਿਹੜਾ? ਮਾਘੀ ਦਾ ਮੇਲਾ। ਠੀਕ ਹੈ, ਚਲੀ ਮੁਕਤਿਆ ਦੀ ਸ਼ਹਾਦਤ ਵਿੱਚ। ਸਮਝ ਗਏ?
ਚਲੋ ਅਗਲਾ ਚੱਲਦੇ ਹਾਂ ਆਪਾਂ। ਅਗਲਾ ਕੁਐਸਚਨ ਜਿਹੜਾ ਹੈਗਾ, ਅਗਲਾ ਕੁਐਸਚਨ ਹੈਗਾ ਦ ਫੇਮਸ ਰਾਈਟਰ ਅੰਮ੍ਰਿਤਾ ਪ੍ਰੀਤਮ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਦੇਖੋ, ਅੰਮ੍ਰਿਤਾ ਪ੍ਰੀਤਮ ਜਿਹੜੀ ਸੀਗੀ ਉਹ ਫੇਮਸ ਰਾਈਟਰ ਹੈ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਨੂੰ ਫਸਟ ਵੂਮਨ ਬਣੀ ਸੀ ਜਿਹਨੂੰ ਕਿਹੜਾ ਅਵਾਰਡ ਮਿਲਿਆ ਸੀਗਾ? ਸਾਹਿਤ ਅਕੈਡਮਿਕ ਅਵਾਰਡ। ਸਾਹਿਤ ਅਕੈਡਮਿਕ ਅਵਾਰਡ ਕਿਹਨੂੰ ਮਿਲਿਆ ਸੀ ਸਭ ਤੋਂ ਪਹਿਲੀ ਵੂਮਨ? ਅੰਮ੍ਰਿਤਾ ਪ੍ਰੀਤਮ ਨੂੰ। ਔਰ ਜਿਹੜਾ ਜਨਪੀਠ ਅਵਾਰਡ ਸੀਗਾ ਉਹ ਕਿਹਨੂੰ ਮਿਲਿਆ ਸੀਗਾ? ਗਿਆਨਪੀਠ ਅਵਾਰਡ। ਗਿਆਨਪੀਠ ਅਵਾਰਡ ਕਿਹਨੂੰ ਮਿਲਿਆ ਸੀ? ਹੁਣੇ ਯਾਦ ਕੀਤਾ ਸੀ ਨਾ ਆਪਾਂ, ਗਿਆਨਪੀਠ ਅਵਾਰਡ ਕਿਹਨੂੰ ਮਿਲਿਆ ਸੀਗਾ? ਅਸ਼ਪੂਰਮਾ ਦੇਵੀ ਨੂੰ। ਅਸ਼ਪੂਰਮਾ ਦੇਵੀ ਨੂੰ ਮਿਲਿਆ ਸੀ ਗਿਆਨਪੀਠ ਅਵਾਰਡ। ਅਤੇ ਜਿਹੜਾ ਆਪਣਾ ਸੰਗੀਤ ਨਾਟਕ ਅਵਾਰਡ ਹੈ ਕਿਹਨੂੰ ਮਿਲਿਆ? ਅਰਪਿਤਾ ਸ਼ਰਮਾ ਨੂੰ। ਇਹਨੂੰ ਕਿਵੇਂ ਯਾਦ ਕਰ ਸਕਦੇ ਹਾਂ? ਅਸ਼ਪੂਰਮਾ ਨੂੰ। ਠੀਕ ਹੈ, ਉਹਨੇ ਆਸ਼ਾ ਕੀਤੀ। ਠੀਕ ਹੈ, ਆਸ਼ਾ ਕੀਤੀ ਕਿ ਮੈਨੂੰ ਇੰਨੀ ਗਿਆਨ ਹੋ ਜਾਏ। ਉਹਨੇ ਆਸ਼ਾ ਕੀਤੀ ਮੈਨੂੰ ਇੰਨਾ ਗਿਆਨ ਹੋ ਜਾਏ, ਐਵੇਂ ਕਰਕੇ ਉਹਨੂੰ ਯਾਦ ਕਰ ਸਕਦੇ। ਉਹਨੇ ਆਸ਼ਾ ਕੀਤੀ ਮੈਨੂੰ ਗਿਆਨ ਹੋ ਜਾਏ, ਤਾਂ ਕਰਕੇ ਫਿਰ ਕੀ ਮਿਲਿਆ ਉਹਨੂੰ? ਅਵਾਰਡ ਮਿਲ ਗਿਆ। ਸਮਝ ਗਏ? ਉਹਨੇ ਆਸ਼ਾ ਕੀਤੀ ਮੈਨੂੰ ਕੀ ਮਿਲ ਜੇ? ਅਵਾਰਡ ਮਿਲ ਜੇ, ਅਤੇ ਫਿਰ ਉਹਨੂੰ ਸਭ ਤੋਂ ਪਹਿਲੀ ਵੂਮਨ ਬਣ ਗਈ ਜਿਹਨੂੰ ਅਵਾਰਡ ਮਿਲਿਆ। ਐਵੇਂ ਕਰਕੇ ਉਹਨੂੰ ਯਾਦ ਕਰ ਸਕਦੇ ਹਾਂ। ਠੀਕ ਹੈ, ਹੋਰ ਤਾਂ ਬਾਕੀ ਕੁਛ ਹੈ ਨਹੀਂ ਸੀ ਯਾਦ ਕਰਨ ਵਾਲਾ। ਠੀਕ ਹੈ, ਹੋਰ ਉਹਨੇ ਇੱਥੇ ਬੇਸਿਕ ਹੀ ਹੈ। ਚਲੋ ਹੁਣ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ 'ਤੇ। ਹਾਂ, ਅੰਮ੍ਰਿਤਾ ਪ੍ਰੀਤਮ ਵਾਜ਼ ਫਸਟ ਵੂਮਨ ਜਿਹਨੂੰ ਕਿਹੜਾ ਅਵਾਰਡ ਮਿਲਿਆ ਸੀਗਾ? ਸਾਹਿਤ ਅਕੈਡਮਿਕ ਅਵਾਰਡ। ਠੀਕ ਹੈ, ਤਾਂ ਉਹ ਕਿਹੜੀ ਬੁੱਕ ਵਾਸਤੇ ਮਿਲਿਆ ਸੀ? ਉਹਨੇ ਬੁੱਕ ਲਿਖੀ ਸੀ ਅੰਮ੍ਰਿਤਾ ਪ੍ਰੀਤਮ। ਪਿੰਜਰ ਵੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਹੋਈ ਹੈ। ਅੱਜ ਆਖਾ ਵਾਰਿਸ਼ਾਂ ਨੂੰ ਇਹ ਵੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਹੋਈ ਹੈ। ਇੱਕ ਸੀ ਅਨੀਤਾ, ਇਹ ਵੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਹੋਈ ਹੈ। ਠੀਕ ਹੈ, ਪਰ ਅਵਾਰਡ ਕਿਹੜੀ ਬੁੱਕ ਵਾਸਤੇ ਮਿਲਿਆ ਸੀਗਾ? ਉਹ ਸੀਗਾ ਸੁਨਹਿਰਾ। ਕਿਹੜਾ ਸੀਗਾ? ਸੁਨਹਿਰੇ। ਸੁਨਹਿਰੇ ਕਰਕੇ ਮਿਲਿਆ ਸੀ। ਠੀਕ ਹੈ, ਸੁਨਹਿਰੇ ਜਿਹੜਾ ਵਰਕ ਕੀਤਾ ਸੀ ਨਾ ਉਹਨੇ ਅੰਮ੍ਰਿਤਾ ਪ੍ਰੀਤਮ ਨੇ, ਉਸ ਕਰਕੇ ਇਹਨੂੰ ਅਵਾਰਡ ਮਿਲਿਆ ਸੀਗਾ। ਕਿਹਦੇ ਵਿੱਚ? ਫਸਟ ਵੂਮਨ ਬਣੀ ਸੀ। ਕਿਹੜਾ ਅਵਾਰਡ ਮਿਲਿਆ? ਸਾਹਿਤ ਅਕੈਡਮਿਕ ਅਵਾਰਡ। ਠੀਕ ਹੈ, ਇਹ ਯਾਦ ਕਰਨਾ ਤੁਸੀਂ, ਇੰਪੋਰਟੈਂਟ ਹੈ। ਫਸਟ ਵੂਮਨ ਟੂ ਰਿਸੀਵ ਸਾਹਿਤ ਅਕੈਡਮਿਕ ਅਵਾਰਡ ਕੌਣ ਹੈ? ਅੰਮ੍ਰਿਤਾ ਪ੍ਰੀਤਮ। ਕਿਹੜੇ ਵਰਕ ਕਰਕੇ? ਸੁਨਹਿਰੇ ਕਰਕੇ। ਸੁਨਹਿਰੇ ਕਰਕੇ ਇਹਨੇ ਇੱਕ ਬੁੱਕ ਲਿਖੀ ਸੀਗੀ, ਉਹਦੇ ਕਰਕੇ ਇਹਨੂੰ ਮਿਲਿਆ ਸੀਗਾ ਅਵਾਰਡ ਅੰਮ੍ਰਿਤਾ ਪ੍ਰੀਤਮ ਨੂੰ। ਠੀਕ ਹੈ, ਆਹ ਸਾਰੀ ਬੁੱਕਸ ਵੀ ਇੰਜੇ ਨੇ। ਪਿੰਜਰ ਵੀ, ਅੱਜ ਆਖਾ ਵਾਰਿਸ਼ਾਂ ਨੂੰ ਵੀ ਇੱਕ ਸੀ ਅਨੀਤਾ। ਇਹ ਸਾਰੀ ਬੁੱਕਸ ਵੀ ਕਿਹਦੀਆਂ ਨੇ? ਅੰਮ੍ਰਿਤਾ ਪ੍ਰੀਤਮ ਦੀਆਂ ਨੇ। ਚਲੋ ਅਗਲਾ ਕੁਐਸਚਨ ਹੈਗਾ ਦ ਬੈਟਲ ਆਫ ਮੁਕਤਸਰ। ਬੈਟਲ ਆਫ ਮੁਕਤਸਰ ਕਦੋਂ ਲੜੀ ਗਈ ਸੀ? 1705 ਦੇ ਵਿੱਚ। ਠੀਕ ਹੈ, ਜਿਹੜੇ ਬੈਟਲ ਆਫ ਮੁਕਤਸਰ ਹੈ ਇਹ 1705 ਦੇ ਵਿੱਚ ਲੜੀ ਗਈ ਸੀਗੀ। ਅਤੇ ਇੱਕ ਚੀਜ਼ ਹੋਰ ਤੁਸੀਂ ਯਾਦ ਕਰਨੀ ਹੈ, ਇਹ ਜਿਹੜੀ ਬੈਟਲ ਆਫ ਮੁਕਤਸਰ ਹੈ ਇਹਨੂੰ ਆਪਾਂ ਇੱਕ ਹੋਰ ਨਾਮ ਤੋਂ ਵੀ ਜਾਣਦੇ ਹਾਂ, ਬੈਟਲ ਆਫ ਖਿੰਦਾਰਨ। ਖਿੰਦਾਰਨ ਦੇ ਨਾਮ ਤੋਂ ਹੀ ਜਾਣਦੇ। ਬੈਟਲ ਆਫ ਮੁਕਤਸਰ ਨੂੰ ਬੈਟਲ ਆਫ ਖਿੰਦਾਰਨ ਦੇ ਨਾਮ ਦੇ ਵਿੱਚ ਜੇ ਜਾਣਦੇ। ਠੀਕ ਹੈ, ਇਹ ਕਿਹਦੇ ਵਿੱਚ ਲੜੀ ਗਈ ਸੀ? ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲ ਦੇ ਵਿੱਚ ਲੜੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਮੁਗਲ ਦੇ ਵਿੱਚ ਕੀ ਲੱਗੀ? ਬੈਟਲ ਆਫ ਮੁਕਤਸਰ ਕਦੋਂ ਲੜੀ ਗਈ? 1705। ਇੱਕ ਤੁਸੀਂ ਯਾਦ ਕਰਨਾ ਹੈ, ਸਾਰੇ ਨੋਟਸ ਬਣਾਈ ਚੱਲਿਓ। ਠੀਕ ਹੈ, ਜੋ ਵੀ ਮੈਂ ਲਿਖਾ ਰਿਹਾ, ਇੱਕ 1705 ਅਤੇ ਇਹਨੂੰ ਆਪਾਂ ਇੱਕ ਹੋਰ ਨਾਮ ਤੋਂ ਜਾਣਦੇ ਬੈਟਲ ਆਫ ਖਿੰਦਾਰਨ। ਖਿੰਦਾਰਨ ਦੇ ਨਾਮ ਤੋਂ ਵੀ ਜਾਣਦੇ ਆ। ਅਤੇ ਕਿਹਦੇ ਵਿੱਚ ਲੜੀ ਗਈ? ਗੁਰੂ ਗੋਬਿੰਦ ਸਿੰਘ ਅਤੇ ਮੁਗਲ ਦੇ ਵਿੱਚ ਲੜੀ ਗਈ ਸੀ। ਸਮਝ ਗਿਆ ਜੀ? ਚਲੋ ਅਗਲੇ ਕੁਐਸਚਨ ਚੱਲਦੇ ਹਾਂ। ਅਗਲਾ ਕੁਐਸਚਨ ਹੈਗਾ ਵਿਚ ਆਫ ਦ ਫੋਲੋਇੰਗ ਕਮੇਟੀ ਵਾਜ਼ ਸੈਟ ਅਪ ਬਾਈ ਬ੍ਰਿਟਿਸ਼ਰ ਟੂ ਇਨਵੈਸਟੀਗੇਟ ਡਿਸਟਰਬੈਂਸ ਆਫਟਰ ਜਲਿਆਂਵਾਲਾ ਬਾਗ। ਜਲਿਆਂਵਾਲਾ ਬਾਗ ਦੇ ਵਿੱਚ ਦੇਖੋ ਗੋਲੀਆਂ ਚਲਾਤੀਆਂ ਸੀ ਨਾ ਉਹਨੇ, ਗੋਲੀਆਂ ਚਲਵਾਤੀਆਂ ਸੀ ਨਾ ਜਨਰਲ ਡਾਇਰ ਨੇ। ਡਾਇਰ ਨੇ ਕੀ ਚਲਾਤੇ ਸੀ? ਗੋਲੀਆਂ ਚਲਾਤੇ ਸੀ। ਇੰਨਾ ਤੁਹਾਨੂੰ ਪਤਾ ਹੀ ਹੋਵੇਗਾ ਜਲਿਆਂਵਾਲੇ ਬਾਗ ਦੇ ਵਿੱਚ। ਠੀਕ ਹੈ, ਅਤੇ ਇਸ ਨੂੰ ਜਾਂਚ ਕਰਨ ਵਾਸਤੇ ਵੀ ਉਹਨੇ ਗੋਲੀਆਂ ਸਹੀ ਚਲਾਈਆਂ ਨੇ ਕਿ ਗਲਤ ਚਲਾਈਆਂ ਨੇ, ਵੀ ਇਹਦਾ ਜਿਹੜਾ ਫੈਸਲਾ ਲਿੱਤਾ ਸੀ ਡਾਇਰ ਨੇ ਇਹ ਸਹੀ ਹੈ ਗਲਤ ਹੈ, ਇਹਨੂੰ ਫੈਸਲੇ ਨੂੰ ਦੇਖਣ ਵਾਸਤੇ ਇੱਕ ਅੰਗਰੇਜ਼ਾਂ ਨੇ ਕੀ ਬਣਾਈ ਸੀ? ਕਮੇਟੀ। ਉਹ ਕਮੇਟੀ ਦਾ ਨਾਮ ਕੀ ਸੀਗਾ? ਹੰਟਰ ਕਮੇਟੀ। ਠੀਕ ਹੈ, ਹੰਟਰ ਕਮੇਟੀ ਬਣਾਈ ਸੀਗੀ ਇਹਨੂੰ ਚੈੱਕ ਕਰਨ ਵਾਸਤੇ ਵੀ ਜਿਹੜੇ ਜਲਿਆਂਵਾਲਾ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸਹੀ ਕੀਤਾ ਕਿ ਨਹੀਂ। ਠੀਕ ਹੈ, ਅਤੇ ਹੰਟਰ ਕਮੇਟੀ ਨੇ ਕੀ ਰੂਲ ਦਿੱਤਾ ਸੀਗਾ ਵੀ ਇਹ ਸਹੀ ਕੀਤਾ ਕਿਹਨੇ? ਡਾਇਰ ਨੇ ਗੋਲੀਆਂ ਚਲਾ ਕੇ। ਠੀਕ ਹੈ, ਸਮਝ ਗਏ? ਉਸ ਤੋਂ ਬਾਅਦ ਫਿਰ ਊਧਮ ਸਿੰਘ ਨੇ ਬਦਲਾ ਦਿੱਤਾ ਸੀਗਾ, ਉਹ ਤੁਸੀਂ ਕਹਾਣੀ ਪਤਾ ਹੋਊਗੀ ਤੁਹਾਨੂੰ। ਠੀਕ ਹੈ, ਚਲੋ ਅਗਲਾ ਕੁਐਸਚਨ ਹੈ ਵਿਚ ਹਾਕੀ ਪਲੇਅਰ ਵੋਨ ਗੋਲਡ ਮੈਡਲ ਇਨ 3 ਓਲੰਪਿਕਸ। ਠੀਕ ਹੈ, ਗੋਲਡ ਮੈਡਲ 3 ਓਲੰਪਿਕਸ ਗੋਲਡ ਮੈਡਲ ਲੈ ਕੇ ਆਇਆ ਸੀਗਾ ਇੰਡੀਆ ਵਾਸਤੇ। ਹਾਕੀ ਪਲੇਅਰ ਸੀਗਾ 3 ਵਾਰੀ ਓਲੰਪਿਕਸ ਗੇਮ ਦੇ ਵਿੱਚ ਕੌਣ ਲੈ ਗਿਆ ਗੋਲਡ ਮੈਡਲ? ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਸੀਗਾ ਧਿਆਨ ਚੰਦ ਸੀਗੇ, ਜਿਨ੍ਹਾਂ ਕਰ 3 ਵਾਰੀ ਕੌਣ ਲੈ ਕੇ ਗੋਲਡ ਮੈਡਲ ਲੈ ਕੇ ਆਏ ਸੀ? ਹਾਕੀ ਪਲੇਅਰ ਸੀਗੇ ਜੋ 3 ਵਾਰੀ ਗੋਲਡ ਮੈਡਲ ਲੈ ਕੇ ਆਏ ਸੀਗੇ ਹਾਕੀ ਦੇ ਵਿੱਚ। ਕੀ ਨਾਮ ਸੀਗਾ ਉਹਨਾਂ ਦਾ? ਧਿਆਨ ਚੰਦ। ਠੀਕ ਹੈ, ਯਾਦ ਰੱਖਣਾ ਧਿਆਨ ਚੰਦ। ਅਤੇ ਇੰਨਾ ਹੀ ਯਾਦ ਦੇ ਵਿੱਚ ਹੀ ਆਪਾਂ ਸਪੋਰਟਸ ਡੇ ਮਨਾਉਂਦੇ ਹਾਂ। ਕਦੋਂ ਮਨਾਉਂਦੇ ਹਾਂ ਤੁਸੀਂ ਮੈਨੂੰ ਦੱਸੋ? ਚਲੋ ਮੈਂ ਹੀ ਦੱਸ ਦਿੰਦਾ, 29 ਅਗਸਤ ਨੂੰ ਮਨਾਉਂਦੇ ਹਾਂ ਇੰਨਾ ਹੀ ਯਾਦ ਦੇ ਵਿੱਚ ਆਪਾਂ ਸਪੋਰਟਸ ਡੇ। ਠੀਕ ਹੈ, 29 ਅਗਸਤ ਨੂੰ ਆਪਾਂ ਸਪੋਰਟਸ ਡੇ ਮਨਾਉਂਦੇ ਹਾਂ ਇਹਨਾਂ ਦੀ ਯਾਦ ਦੇ ਵਿੱਚ, ਧਿਆਨ ਚੰਦ ਦੀ ਯਾਦ ਦੇ ਵਿੱਚ। ਠੀਕ ਹੈ, ਕਿਉਂਕਿ ਇਹ 3 ਮੈਡਲ ਲੈ ਕੇ ਆਏ ਸੀ ਓਲੰਪਿਕਸ ਦੇ ਵਿੱਚ ਗੋਲਡ ਮੈਡਲ। ਠੀਕ ਹੈ, ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਦ ਫੇਮਸ ਬੈਟਲ ਆਫ ਸਰਗਰਸ਼ੀ। ਬੈਟਲ ਆਫ ਸਰਗਰਸ਼ੀ ਕਦੋਂ ਲੜੀ ਗਈ ਸੀ? ਬੈਟਲ ਆਫ ਸਰਗਰਸ਼ੀ ਦੱਸੋ ਕਦੋਂ ਲੜੀ ਗਈ ਸੀਗੀ? 1897 ਦੇ ਵਿੱਚ ਲੜੀ ਗਈ ਸੀ ਬੈਟਲ ਆਫ ਸਰਗਰਸ਼ੀ। ਠੀਕ ਹੈ, ਸਮਝ ਗਏ? ਬੈਟਲ ਆਫ ਸਰਗਰਸ਼ੀ ਕਦੋਂ ਲੜੀ ਗਈ ਸੀ? 1890 ਬੈਟਲ ਆਫ ਸਰਗਰਸ਼ੀ ਕਦੋਂ ਲੱਗੀ ਸੀ? 1897 ਦੇ ਵਿੱਚ। ਇਹਦਾ ਤੁਹਾਨੂੰ ਪਤਾ ਹੀ ਹੋਗਾ ਵੀ ਇੱਥੇ ਇਹਦੇ ਵਿੱਚ ਕੀ ਸੀਗਾ, ਇੱਕ ਸਾਈਡ ਅਫਗਾਨ ਸੀਗੇ ਅਤੇ ਇੱਕ ਸਾਈਡ ਕਿੰਨੇ ਸਿੱਖ ਸੀਗੇ? ਸਿਰਫ 21 ਸਿੱਖ ਸੀਗੇ। ਠੀਕ ਹੈ,
21 ਸਿੱਖ ਸੋਲਜਰ ਸੀਗੇ। ਇਹ ਤੁਸੀਂ ਕੇਸਰੀ ਫਿਲਮ ਦੇਖੀ ਹੋਗੀ ਨਾ, ਉਹਦੇ ਉੱਤੇ ਬਣੀ ਹੋਈ ਹੈ। ਇੱਕ ਸਾਈਡ ਸਿਰਫ 21 ਸਿੱਖ ਰੂਲਰ ਸੀਗੇ ਅਤੇ ਬਾਕੀ ਸਾਈਡ ਕੀ ਸੀ, ਅਫਗਾਨ ਦੀ ਕੀ ਸੀ, ਫੌਜ ਸੀਗੀ। ਠੀਕ ਹੈ, ਅਤੇ 1897 ਦੇ ਵਿੱਚ ਇਹ ਲੜੀ ਗਈ ਸੀਗੀ। ਠੀਕ ਹੈ, ਜਿਹੜੇ ਸਿੱਖ ਰੂਲਰ ਸੀ ਨਾ, ਬ੍ਰਿਟਿਸ਼ਰ ਦੇ ਵੱਲੋਂ ਲੜ ਰਹੇ ਸੀਗੇ। ਬੇਸਿਕਲੀ ਇਹ ਲੜਾਈ ਸੀਗੀ ਉਹ ਕਿਹਦੇ ਵਿੱਚ ਸੀਗੀ, ਬ੍ਰਿਟਿਸ਼ਰ ਅਤੇ ਅਫਗਾਨ ਦੇ ਵਿੱਚ ਸੀਗੇ। ਬ੍ਰਿਟਿਸ਼ਰ ਅਤੇ ਅੰਗਰੇਜ਼ਾਂ ਅਤੇ ਅਫਗਾਨ ਦੇ ਵਿੱਚ ਸੀਗੀ। ਅਤੇ ਅੰਗਰੇਜ਼ਾਂ ਵੱਲੋਂ ਕੌਣ ਲੜ ਰਹੇ ਸੀਗੇ, ਆਹ ਸਿੱਖ ਲੜ ਰਹੇ ਸੀਗੇ। ਤਾਂ ਕਰਕੇ 21 ਸਿੱਖ ਸੀਗੇ ਇੱਕ ਸਾਈਡ 'ਤੇ, ਅਤੇ ਬਾਕੀ ਸਾਈਡ 'ਤੇ ਕੌਣ ਸੀ, ਮੁਗਲ ਅਫਗਾਨ ਦੀ ਫੌਜ ਸੀਗੀ। ਠੀਕ ਹੈ, ਇਹੀ ਬੈਟਲ ਨੂੰ ਆਪਾਂ ਕਹਿੰਦੇ ਹਾਂ ਬੈਟਲ ਆਫ ਸਾਰਗਸਰੀ। ਠੀਕ ਹੈ, ਸਾਰਾਗੜੀ ਕਹਿੰਦੇ ਆ, ਬੈਟਲ ਆਫ ਸਾਰਾਗੜੀ। ਸਪੈਲਿੰਗ ਗਲਤ ਲਿਖੇ ਹੋਏ ਨੇ, ਸਾਰਾਗੜੀ ਆਊਗਾ ਰੇ, ਸਪੈਲਿੰਗ ਗਲਤ ਨੇ, ਸਾਰਾਗੜੀ ਆਊਗਾ। ਬੈਟਲ ਆਫ ਸਾਰਾਗੜੀ ਸੀਗੀ ਜਿਹੜੀ, ਉਹ ਲੜੀ ਗਈ ਸੀਗੀ 1897 ਦੇ ਵਿੱਚ। ਸਮਝ ਗਏ? ਚਲੋ ਅਗਲਾ ਜਿਹੜਾ ਕੁਐਸਚਨ ਹੈ, 89 ਦੀ ਲੜੀ ਗਈ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ 21 ਸਿੱਖ ਸੀਗੇ। ਠੀਕ ਹੈ, ਚਲੋ ਜਿਹੜਾ ਅਗਲਾ ਕੁਐਸਚਨ ਹੈ, ਜਿਹੜੇ ਮੈਂ ਪੁਆਇੰਟ ਲਿਖਾ ਰਿਹਾ ਇਹਨੂੰ ਕਾਪੀ 'ਤੇ ਨੋਟ ਕਰਦੇ ਜਾਈਓ। ਇਸ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਪੱਕਾ ਰਿਪੀਟ ਹੋਏਗਾ ਪੇਪਰ ਦੇ ਵਿੱਚ। ਚਲੋ ਅਗਲਾ ਕੁਐਸਚਨ ਹੈ, ਦ ਫਸਟ ਬੁੱਧਿਸਟ ਕਾਊਂਸਿਲ ਕਿੱਥੇ ਹੋਈ ਸੀ? ਫਸਟ ਪਹਿਲੇ ਕੌਂਸਲ ਕਿੱਥੇ ਹੋਈ ਸੀ? ਪਹਿਲੀ ਬੁੱਧ ਕਾਊਂਸਿਲ, ਜਿੱਥੇ ਪਹਿਲੀ ਵਾਰ ਬੁੱਧ ਕਾਊਂਸਿਲ ਕਿੱਥੇ ਹੋਈ ਸੀਗੀ? ਇਹ ਹੋਈ ਸੀਗੀ ਰਾਜਗ੍ਰਹਿ ਦੇ ਵਿੱਚ ਹੋਈ ਸੀਗੀ। ਠੀਕ ਹੈ, ਰਾਜਗ੍ਰਹਿ ਵਿੱਚ ਹੋਈ ਸੀ ਪਹਿਲੀ ਬੁੱਧਿਸਟ ਕਾਊਂਸਿਲ। ਠੀਕ ਹੈ, ਚਲੋ ਅਗਲਾ ਕੁਐਸਚਨ ਹੈਗਾ, ਲੈਂਡ ਬਿਟਵੀਨ ਜੇਹਲਮ ਐਂਡ ਚਨਾਬ। ਦੇਖੋ ਆਹ ਜੇਹਲਮ ਨਦੀ ਹੈ, ਆਹ ਚਨਾਬ ਨਦੀ ਹੈ, ਇਹ ਦੋਨਾਂ ਵਿੱਚ ਲੈਂਡ ਆ ਰਹੀ ਹੈ ਜਿਹੜੀ ਕਿ ਹੁੰਦੇ ਬਹੁਤ ਜ਼ਿਆਦਾ ਫਰਟਾਈਲ ਹੁੰਦੇ। ਜਿਹੜੇ ਦੋ ਨਦੀਆਂ ਵਿੱਚ ਲੈਂਡ ਹੋ ਜਿਹਨੂੰ ਆਪਾਂ ਕਹਿੰਦੇ ਹਾਂ, ਇਹਨੂੰ ਆਪਾਂ ਕਹਿੰਦੇ ਦੁਆਬ ਕਹਿੰਦੇ ਹਾਂ। ਠੀਕ ਹੈ, ਹੁਣ ਜਿਹੜਾ ਜੇਹਲਮ ਅਤੇ ਚਨਾਬ ਦੇ ਵਿੱਚ ਲੈਂਡ ਹੈ, ਇਹਨੂੰ ਆਪਾਂ ਕਿਹੜਾ ਦੁਆਬ ਕਹਿੰਦੇ ਹਾਂ? ਇਹਨੂੰ ਆਪਾਂ ਕਹਿੰਦੇ ਹਾਂ ਚੈਜ਼ ਦੁਆਬ। ਕਿਵੇਂ ਕਹਿੰਦੇ ਹਾਂ? ਦੇਖੋ CH ਦਾ ਆਪਾਂ ਇਹਦਾ ਲੈ ਲਿਆ ਚਨਾਬ ਦਾ, ਔਰ AJ ਕਿਹਦਾ ਲੈ ਲਿਆ, ਜੇਹਲਮ ਦਾ ਲੈ ਲਿਆ, ਤਾਂ ਇਹਨੂੰ ਕਹਿੰਦੇ ਚੈਜ਼ ਦੁਆਬ ਕਹਿੰਦੇ ਹਾਂ। ਠੀਕ ਹੈ, ਸਮਝ ਗਏ? ਬਿਆਸ ਦੁਆਬ ਕਿਹਨੂੰ ਕਹਿੰਦਾ? B ਉਹਦਾ ਲੈ ਲਿਆ ਆਪਾਂ, B ਬਿਆਸ ਦਾ ਲੈ ਲਿਆ, ST ਸਤਲੁਜ ਦਾ ਲੈ ਲਿਆ। ਠੀਕ ਹੈ, ਐਵੇਂ ਕਰਕੇ ਦੁਆਬ ਦੇ ਨਾਮ ਹੁੰਦੇ ਨੇ, ਤੁਹਾਨੂੰ ਈਜ਼ੀਲੀ ਪਤਾ ਹੀ ਹੋਣੇ। ਠੀਕ ਹੈ, ਤਾਂ ਇਹ ਦੋਨਾਂ ਜਿਹੜੇ ਨਦੀਆਂ ਵਿੱਚ ਦੁਆਬ, ਇਹਨੂੰ ਕਹਿੰਦੇ ਆਪਾਂ ਸ਼ਾਹ ਦੁਆਬ ਕਹਿੰਦੇ ਹਾਂ। ਠੀਕ ਹੈ, ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਫਾਇਆਨ ਕਮ ਫਰੋਮ ਵਿਚ ਫੋਲੋਇੰਗ ਕੰਟਰੀ। ਜਿਹੜਾ ਫਾਇਆਨ ਸੀ ਕਿੱਥੋਂ ਆਇਆ ਸੀਗਾ? ਚਾਈਨਾ ਤੋਂ ਆਇਆ ਸੀਗਾ। ਠੀਕ ਹੈ, ਹੁਣ ਮੈਨੂੰ ਇਹ ਦੱਸੋ ਫਾਇਆਨ ਜਿਹੜਾ ਸੀਗਾ, ਇਹ ਤੁਹਾਡੇ ਵਾਸਤੇ ਹੋਮਵਰਕ ਹੈ। ਫਾਇਆਨ ਜਿਹੜਾ ਸੀਗਾ ਇੱਕ ਉਦੋਂ ਇੰਡੀਆ ਦਾ ਰੂਲਰ ਕੌਣ ਸੀਗਾ ਜਦੋਂ ਫਾਇਆਨ ਇੰਡੀਆ ਆਇਆ ਸੀਗਾ? ਠੀਕ ਹੈ, ਇਹ ਵੀ ਕੁਐਸਚਨ ਤੁਹਾਡੇ ਵਾਸਤੇ ਆ ਸਕਦਾ। ਫਾਇਆਨ ਜਦੋਂ ਇੰਡੀਆ ਆਇਆ ਸੀਗਾ ਉਦੋਂ ਇੰਡੀਆ ਦਾ ਰੂਲਰ ਕੌਣ ਸੀਗਾ? ਮੈਂ ਤੁਸੀਂ ਕਮੈਂਟ ਕਰਕੇ ਦੱਸਿਓ। ਠੀਕ ਹੈ, ਆਇਆ ਕਿੱਥੋਂ ਸੀਗਾ? ਮੈਂ ਤੁਹਾਨੂੰ ਦੱਸਤਾ ਚਾਈਨਾ ਤੋਂ ਆਇਆ ਸੀਗਾ। ਠੀਕ ਹੈ, ਉਦੋਂ ਇੰਡੀਆ ਦਾ ਰੂਲਰ ਕੌਣ ਸੀਗਾ ਜਦੋਂ ਫਾਇਆਨ ਆਇਆ ਸੀ? ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। ਠੀਕ ਹੈ, ਚਲੋ ਅਗਲਾ ਕੁਐਸਚਨ ਹੈਗਾ, ਹੂ ਅਮੰਗ ਦਾ ਫੋਲੋਇੰਗ। ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਕਮੈਂਟ ਕਰਕੇ ਦੱਸਿਓ, ਇਹ ਤਾਂ ਕਹਿ ਰਿਹਾ ਤਾਂ ਕਿ ਤੁਹਾਨੂੰ ਯਾਦ ਰਹਿਣ। ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਨਾ ਤਾਂ ਤੁਹਾਨੂੰ ਕੁਐਸਚਨ ਚੰਗੀ ਤਰ੍ਹਾਂ ਯਾਦ ਹੋ ਜਾਊਗਾ। ਇੱਕ ਕੁਐਸਚਨ ਚਲੋ ਹੋਰ ਦੇ ਦੇਣਾ ਤੁਹਾਨੂੰ ਮੈਂ, ਫਸਟ ਬੁੱਧਿਸਟ ਕਾਊਂਸਿਲ ਕਿੱਥੇ ਹੋਈ ਸੀ? ਰਾਜਗੀਰੀ ਦੇ ਵਿੱਚ। ਇਹਨੂੰ ਪੈਟਰਨਾਈਜ਼ ਕਿਹਨੇ ਕੀਤਾ ਸੀਗਾ ਇਹ ਦੱਸੋ? ਇਹ ਕਰਵਾਈ ਕਿਹਨੇ ਸੀਗੀ ਅਤੇ ਇਹਦਾ ਲੀਡਰ ਕੌਣ ਸੀਗਾ? ਠੀਕ ਹੈ, ਇਹ ਕਰਵਾਈ ਕਿਹਨੇ ਸੀਗੀ ਅਤੇ ਇਹਦਾ ਲੀਡਰ ਕੌਣ ਸੀਗਾ? ਦੋਨੋਂ ਚੀਜ਼ਾਂ ਵੀ ਤੁਸੀਂ ਮੈਨੂੰ ਦੱਸਿਓ। ਫਸਟ ਬੁੱਧਿਸਟ ਕਾਊਂਸਿਲ ਕਰਵਾਈ ਕਿਹਨੇ ਸੀਗੀ ਅਤੇ ਇਹਦਾ ਲੀਡਰ ਕੌਣ ਸੀਗਾ? ਠੀਕ ਹੈ, ਇਹ ਸਾਰੀ ਚੀਜ਼ਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣੀਆਂ ਤਾਂ ਕਿ ਤੁਹਾਡੀ ਰਿਵੀਜ਼ਨ ਹੋ ਜਾਏ ਚੰਗੀ ਤਰ੍ਹਾਂ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ, ਹੀਰ ਬੁੱਕ ਜਿਹੜੀ ਹੈਗੀ, ਸਟੋਰੀ ਆਫ ਹੀਰ, ਇਹ ਕਿਹਨੇ ਲਿਖੀ ਹੈ? ਸਟੋਰੀ ਆਫ ਹੀਰ ਕਿਹਨੇ ਲਿਖੀ ਹੈ? ਵਾਰਿਸ ਸ਼ਾਹ ਨੇ ਲਿਖੀ ਹੈ। ਸਟੋਰੀ ਆਫ ਹੀਰ। ਠੀਕ ਹੈ, ਅਗਲਾ ਕੁਐਸਚਨ ਕੀ ਹੈ, ਬਾਬਾ ਫਰੀਦ ਜੀ ਦਾ ਅਸਥਾਨ ਕਿੱਥੇ ਸਥਿਤ ਹੈ? ਠੀਕ ਹੈ, ਬਾਬਾ ਫਰੀਦ ਜੀ ਦਾ ਸ਼ਰਾਈਨ ਕਿੱਥੇ ਬਾਬਾ ਫਰੀਦ ਜੀ ਦੀ? ਇਹ ਬਹੁਤ ਵਾਰ ਕੁਐਸਚਨ ਆਇਆ ਹੋਇਆ, ਇਹਨੂੰ ਜਲਦੀ ਤਰ੍ਹਾਂ ਯਾਦ ਕਰ ਲਿਓ। ਪੱਕਾ ਪਟਨ ਦੇ ਵਿੱਚ ਹੈ। ਠੀਕ ਹੈ, ਪੱਕਾ ਪਟਨ ਦੇ ਵਿੱਚ ਹੈ। ਉਹਨਾਂ ਨੇ ਇੱਥੇ ਕਰਕੇ ਪੱਕਾ ਮਕਾਨ ਬਣਾ ਲਿਆ, ਐਵੇਂ ਕਰਕੇ ਯਾਦ ਕਰ ਲਾਂਗੇ। ਉਹਨਾਂ ਨੇ ਇੱਥੇ ਪੱਕਾ ਮਕਾਨ ਬਣਾ ਲਿਆ ਕਿੰਨਾ? ਬਾਬਾ ਫਰੀਦ ਜੀ ਨੇ। ਤਾਂ ਪੱਕਾ ਪਟਨ ਦੇ ਵਿੱਚ ਕੀ ਹੈ? ਬਾਬਾ ਫਰੀਦ ਜੀ ਦੀ ਸ਼ਰਾਈਨ ਹੈ। ਠੀਕ ਹੈ, ਸਮਝ ਗਏ? ਇਹ ਤੁਸੀਂ ਇੰਪੋਰਟੈਂਟ ਇਹਨੂੰ ਯਾਦ ਕਰ ਲਿਓ, ਬਹੁਤ ਵਾਰ ਕੁਐਸਚਨ ਰਿਪੀਟ ਹੋਇਆ। ਚਲੋ ਅਗਲਾ ਕੁਐਸਚਨ ਹੈ, ਵਿਚ ਸਿੱਖ ਗੁਰੂ ਇਜ਼ ਕ੍ਰੈਡਿਟਡ ਵਿਦ। ਕਿਹੜੇ ਸਿੱਖ ਗੁਰੂ ਸੀਗੇ ਜਿਨ੍ਹਾਂ ਨੇ ਸਟੈਂਡਰਡਾਈਜ਼ਿੰਗ ਦਾ ਕਾਮਨਲੀ ਯੂਜ਼ ਸਕ੍ਰਿਪਟ ਇਨ ਪੰਜਾਬੀ ਇਨਟੂ ਗੁਰਮੁਖੀ? ਕਿਹੜੇ ਸਿੱਖ ਗੁਰੂ ਸੀ? ਬੇਸਿਕਲੀ ਇਹੀ ਹੈ ਵੀ ਗੁਰਮੁਖੀ ਸਕ੍ਰਿਪਟ ਕਿਹੜੇ ਸਿੱਖ ਗੁਰੂ ਲੈ ਕੇ ਆਏ ਸੀਗੇ, ਇਹਨੂੰ ਸਟੈਂਡਰਡਾਈਜ਼ ਕਰਤਾ ਸੀ ਕਿ ਵੀ ਗ੍ਰਾਮਰ ਵਗੈਰਾ ਦੱਸਦੇ ਵੀ ਇੱਥੇ ਆ ਛੋਟੀ ਦੀ ਮਾਤਰਾ ਇੱਥੇ ਲੱਗੂਗੀ, ਵੱਡੀ ਦੀ ਮਾਤਰਾ ਇੱਥੇ ਲੱਗੂਗੀ। ਬੇਸਿਕ ਗੁਰਮੁਖੀ ਸਕ੍ਰਿਪਟ ਕੌਣ ਲੈ ਕੇ ਆਏ? ਕਿਹੜੇ ਸਿੱਖ ਗੁਰੂ ਲੈ ਕੇ ਆਏ ਸੀਗੇ? ਇਹ ਲੈ ਕੇ ਸੀ ਗੁਰੂ ਅੰਗਦ ਦੇਵ ਜੀ ਲੈ ਕੇ ਸੀ ਗੁਰਮੁਖੀ ਸਕ੍ਰਿਪਟ, ਜਿਨ੍ਹਾਂ ਨੇ ਕੀ ਕੀਤਾ? ਸਟੈਂਡਰਡਾਈਜ਼ ਕਰਤਾ ਸੀਗਾ ਵੀ ਗ੍ਰਾਮਰ ਕੀ ਲੱਗੇਗੀ, ਛੋਟੀ ਕਿੱਥੇ ਲੱਗੇਗੀ, ਵੱਡੀ ਕਿੱਥੇ ਲੱਗੇਗੀ। ਕਿਹੜੇ ਗੁਰੂ ਲੈ ਕੇ? ਗੁਰੂ ਅੰਗਦ ਦੇਵ ਜੀ। ਠੀਕ ਹੈ, ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈ ਤਕਸੀਲਾ ਇੱਕ ਇੰਪੋਰਟੈਂਟ ਸੀ ਨਾ, ਇਹ ਆਪਣਾ ਇੱਕ ਇੰਪੋਰਟੈਂਟ ਕੀ ਸੀਗਾ? ਮਹਾਜਨਪਦ ਸੀਗਾ ਟਕਸੀਲਾ। ਠੀਕ ਹੈ, ਵਾਜ਼ ਐਨ ਇੰਪੋਰਟੈਂਟ ਸੈਂਟਰ ਫॉर ਲਰਨਿੰਗ ਏਸ਼ੀਅਨ ਇੰਡੀਆ ਟਿਲ ਡਿਕਲਾਈਨ। ਇਹਦਾ ਡਿਕਲਾਈਨ ਕਦੋਂ ਹੋ ਗਿਆ ਸੀ ਤਕਸੀਲਾ ਦਾ? ਇਹ ਡਿਕਲਾਈਨ ਹੋ ਗਿਆ ਸੀ 5th ਸੈਂਚੁਰੀ CE ਦੇ ਵਿੱਚ, 5th ਸੈਂਚੁਰੀ BC ਦੇ ਵਿੱਚ ਇਹਦਾ ਕੀ ਹੋ ਗਿਆ ਸੀ? ਡਿਕਲਾਈਨ ਹੋ ਗਿਆ ਸੀ ਕਿਹਦਾ? ਟਕਸੀਲਾ ਦਾ। ਇਹ ਵੀ ਤੁਸੀਂ ਇੰਪੋਰਟੈਂਟ ਕੁਐਸਚਨ ਇਹਨੂੰ ਵੀ ਯਾਦ ਕਰ ਲਿਓ। 5th ਸੈਂਚੁਰੀ BC ਦੇ ਵਿੱਚ ਕੀ ਹੋਇਆ ਸੀ? ਟਕਸੀਲਾ ਦਾ ਡਿਕਲਾਈਨ ਹੋ ਗਿਆ ਸੀਗਾ। ਠੀਕ ਹੈ, ਖਤਮ ਹੋ ਗਿਆ ਸੀ ਟਕਸੀਲਾ। ਜੋ ਟਕਸੀਲਾ ਦਾ ਪਤਨ ਕਦੋਂ ਹੋਇਆ ਸੀਗਾ? 5th ਸੈਂਚੁਰੀ BC ਦੇ ਵਿੱਚ।
ਸੀ ਤੇ BC ਇੱਕੋ ਹੀ ਗੱਲ ਹੁੰਦਾ। ਨਹੀਂ BC ਦੇ ਵਿੱਚ ਨਹੀਂ, C ਹੈ ਨਾ ਕਾਮਨ ਐਰਾ, ਮਤਲਬ AD ਦੇ 5th ਸੈਂਚੁਰੀ AD ਦੇ ਵਿੱਚ ਹੋਇਆ ਸੀ। AD ਠੀਕ ਹੈ। BC ਹੁੰਦਾ, BCE ਹੁੰਦਾ, CE ਹੁੰਦਾ ਬਿਫੋਰ, ਠੀਕ ਹੈ। ਇਹ ਯਾਦ ਕਰ ਲਿਓ 5th ਸੈਂਚੁਰੀ ਦੇ ਵਿੱਚ ਹੋਇਆ ਸੀ ਤਕਸੀਲਾ ਦਾ। ਇਹਨੂੰ ਕਿਵੇਂ ਯਾਦ ਕਰ ਸਕਦੇ ਹੋ? ਤਕਸੀਲਾ ਦੇ ਵਿੱਚ ਅੱਖਰ ਦੇਖੋ ਕਿੰਨੇ ਨੇ, 1 2 3 4 5 6 ਨੇ ਨਾ, ਤਾਂ 6 ਦੇ ਕੋਲ ਆਂਸਰ ਆਉਣਾ ਚਾਹੀਦਾ, ਵੈਸੇ 6 ਤੋਂ 1 ਘੱਟ ਆਉਣਾ ਚਾਹੀਦਾ, ਤਾਂ 5 ਕਰਕੇ ਇਹਨੂੰ ਟਿਕ ਲਾ ਦਾਂਗੇ, ਠੀਕ ਹੈ। ਕਿਵੇਂ ਯਾਦ ਕਰ ਸਕਦੇ ਹੋ? A 2 ਵਾਰ ਆਣਾ ਤਾਂ A ਨੂੰ 1 ਵਾਰ ਗਿਣਨਾ, ਠੀਕ ਹੈ। A ਨੂੰ 1 ਵਾਰ ਗਿਣਨਾ ਤਾਂ 5 ਹੋ ਗਏ, ਤਾਂ 5 ਸੈਂਚੁਰੀ AD, ਐਵੇਂ ਕਰਕੇ ਇਹਨੂੰ ਯਾਦ ਕਰ ਲਿਓ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਰਾਊਜ਼ਾ ਸ਼ਰੀਫ ਉਰਸ ਇਨ ਸਰਹੰਦ ਇਜ਼ ਹੈਲਡ ਐਨੂਅਲੀ ਟੂ ਓਨਰ, ਠੀਕ ਹੈ। ਇੱਕ ਆ ਆਪਣਾ ਹੁੰਦਾ ਸੀਗਾ ਰਾਊਜ਼ਾ ਸ਼ਰੀਫ ਉਰਸ, ਠੀਕ ਹੈ, ਸਰਹੰਦ ਵਿੱਚ ਹੁੰਦਾ ਸੀਗਾ ਐਨੂਅਲੀ। ਇਹ ਕਿਹਦੇ ਓਨਰ ਦੇ ਵਿੱਚ ਹੁੰਦਾ ਸੀਗਾ? ਸਰਹੰਦ ਵਿੱਚ ਰਾਊਜ਼ਾ ਸ਼ਰੀਫ ਉਰਸ ਸਾਲਾਨਾ ਕਿਸ ਦੇ ਸਮਾਨ ਵਿੱਚ ਹੁੰਦਾ ਸੀਗਾ? ਕਿਸ ਦੇ ਸਮਾਨ ਵਿੱਚ ਮਨਾਇਆ ਜਾਂਦਾ ਸੀਗਾ? ਕਿਸ ਦੇ ਸਮਾਨ ਵਿੱਚ ਮਨਾਇਆ ਜਾਂਦਾ ਸੀਗਾ? ਆ ਮੇਲੇ ਦਾ ਨਾਮ ਹੈ ਰਾਊਜ਼ਾ ਸ਼ਰੀਫ ਉਰਸ। ਇਹ ਕਿਸ ਦੇ ਸਮਾਨ ਵਿੱਚ ਮਨਾਇਆ ਜਾਂਦਾ ਸੀਗਾ? ਇਹ ਬਣਾਇਆ ਜਾਂਦਾ ਸੀ ਸ਼ੇਖ ਅਹਿਮਦ ਸਰਿੰਦੀ, ਸ਼ੇਖ ਅਹਿਮਦ ਸਰਿੰਦੀ ਦੇ ਸਮਾਨ ਦੇ ਵਿੱਚ ਇਹ ਬਣਾਇਆ ਜਾਂਦਾ ਸੀਗਾ ਕਿ ਰਾਊਜ਼ਾ ਸ਼ਰੀਫ ਉਰਸ, ਠੀਕ ਹੈ। ਸਮਝ ਗਏ ਉਰੇ ਤੱਕ? ਚਲੋ ਅਗਲਾ ਹੈਗਾ ਗਦਰ ਪਾਰਟੀ। ਗਦਰ ਪਾਰਟੀ ਇੰਪੋਰਟੈਂਟ ਹੈ, ਠੀਕ ਹੈ। ਗਦਰ ਪਾਰਟੀ ਦਾ ਫਾਰਮੇਟ ਕਦੋਂ ਹੋਈ ਸੀ? ਕਦੋਂ ਫਾਰਮੇਸ਼ਨ ਹੋਈ ਸੀ ਗਦਰ ਪਾਰਟੀ ਦੀ? 1913 ਦੇ ਵਿੱਚ। 1913 ਦੇ ਵਿੱਚ ਹੋਈ ਸੀ। ਕਿੱਥੇ ਹੋਈ ਸੀ? ਇੰਡੀਆ 'ਚ ਨਹੀਂ ਹੋਈ ਸੀ, ਬਾਹਰ ਹੋਈ ਸੀ, USA ਦੇ ਵਿੱਚ। USA ਦੇ ਵਿੱਚ ਇੱਕ ਦੇਸ਼ ਹੈ ਸੈਨ ਫਰਾਂਸਿਸਕੋ, ਉੱਥੇ ਹੋਈ ਸੀਗੀ, ਠੀਕ ਹੈ। ਚਲੋ ਇੱਕ ਮੈਂ ਤੁਹਾਨੂੰ ਦੱਸਦਾ ਗਦਰ ਪਾਰਟੀ ਦੇ ਜਿਹੜੇ ਇੰਪੋਰਟੈਂਟ ਮੈਂਬਰ ਨੇ, ਕਿਉਂਕਿ ਇਹਦੇ ਉੱਤੇ ਵੀ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ, ਜਿਹੜੇ ਗਦਰ ਪਾਰਟੀ ਦੇ ਇੰਪੋਰਟੈਂਟ ਮੈਂਬਰ ਨੇ। ਦੇਖੋ ਗਦਰ ਪਾਰਟੀ ਦੇ ਇੰਪੋਰਟੈਂਟ ਮੈਂਬਰ, ਮੈਂ ਤੁਹਾਨੂੰ ਜਗ੍ਹਾ ਨਹੀਂ ਹੈਗੀ ਮੇਰੇ ਕੋਲ, ਮੈਂ ਤੁਹਾਨੂੰ 2-3 ਇੰਪੋਰਟੈਂਟ ਲਿਖਾ ਦਿੰਦਾ, ਬਾਕੀ ਤੁਸੀਂ ਲਿਖ ਲਿਓ। ਇੱਕ ਤਾਂ ਸੀਗਾ ਬਾਬਾ ਸੋਹਣ ਸਿੰਘ, ਇਹ ਸਾਰੇ ਲਿਖ ਲਓ, ਠੀਕ ਹੈ। ਬਾਬਾ ਸੋਹਣ ਸਿੰਘ, ਲਾਲਾ ਹਰਦਿਆਲ, ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ, ਲਾਲਾ ਹਰਦਿਆਲ, ਕਰਤਾਰ ਸਿੰਘ ਸਹਾਬਾ, ਕਰਤਾਰ ਸਿੰਘ ਸਰਬਾਬਾ, ਠੀਕ ਹੈ। ਭਾਈ ਪਰਮਾਨੰਦ, ਬਾਕੀ ਤੁਸੀਂ ਲਿਖ ਲਓ, ਭਾਈ ਪਰਮਾਨੰਦ, ਬਾਬਾ ਜਵਾਲਾ ਸਿੰਘ, ਠੀਕ ਹੈ, ਬਾਬਾ ਜਵਾਲਾ ਸਿੰਘ, ਵਿਸ਼ਨੂੰ ਗਣੇਸ਼ ਪਿੰਗਲ, PINGLE, ਠੀਕ ਹੈ। ਭਗਵਾਨ ਸਿੰਘ ਗਿਆਨੀ, ਰਾਸ਼ ਬਿਹਾਰੀ ਬੋਸ, ਅਬਦੁਲ ਹਜ਼ੀ ਮੁਹੰਮਦ, ਗੁਲਾਬ ਕੌਰ, ਪੰਡਿਤ ਕਨਿਸ਼ ਰਾਮ ਮੋਰਾਲੀ, ਠੀਕ ਹੈ। ਇਹ ਸਾਰੇ ਤੁਸੀਂ ਲਿਖ ਲਿਓ ਨੇ, ਇਹ ਸਾਰੇ ਇੰਪੋਰਟੈਂਟ ਨੇ, ਠੀਕ ਹੈ। ਇੱਕ ਵਾਰ ਇਹਨਾਂ ਨੂੰ ਤੁਹਾਨੂੰ ਪਤਾ ਹੋਏਗਾ ਨਾ, ਤਾਂ ਆਪਸ਼ਨ ਐਲੀਮੀਨੇਸ਼ਨ 'ਚ ਹੈਲਪ ਮਿਲ ਜਾਏਗੀ। ਪਰ ਕੁਐਸਚਨ ਇਹੀ ਉੱਤਰ ਜਾਂਦਾ ਵੀ ਇਹ ਗਦਰ ਪਾਰਟੀ ਦੇ ਇਹਨਾਂ ਵਿੱਚੋਂ ਕਿਹੜਾ ਨਹੀਂ ਸੀਗਾ ਮੈਂਬਰ, ਠੀਕ ਹੈ। ਫਿਰ ਜੇ ਤੁਹਾਨੂੰ ਆ ਸਾਰੇ ਮੈਂਬਰ ਪਤਾ ਹੋਣਗੇ ਕਿਹੜਾ ਨਹੀਂ ਸੀਗਾ, ਉਹਨੂੰ ਤੁਸੀਂ ਈਜ਼ੀਲੀ ਟਿਕ ਲਗਾ ਦੋਗੇ, ਠੀਕ ਹੈ। ਇੱਕ ਵਾਰ ਉੱਪਰ ਬਸ ਇਹਨੂੰ ਦੇਖ ਲਿਓ, ਠੀਕ ਹੈ। ਜਿਵੇਂ ਕਿ ਆ ਇੰਪੋਰਟੈਂਟ ਕਿਹੜੇ ਜਿਹੜੇ ਪੰਜਾਬ ਦੇ ਸੀ, ਜਿਵੇਂ ਲਾਲਾ ਹਰਦਿਆਲ ਜੀ ਇੰਪੋਰਟੈਂਟ ਨੇ, ਬਾਬਾ ਸੋਹਣ ਸਿੰਘ ਵੀ ਇੰਪੋਰਟੈਂਟ ਨੇ, ਕਰਤਾਰ ਸਿੰਘ ਸਹਾਬਾ ਵੀ, ਠੀਕ ਹੈ। ਇਹ ਤਿੰਨ ਤਾਂ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਬਾਬਾ ਸੋਹਣ ਸਿੰਘ, ਲਾਲਾ ਹਰਦਿਆਲ, ਕਰਤਾਰ ਸਿੰਘ, ਠੀਕ ਹੈ। ਇਹ ਤਾਂ ਬਹੁਤ ਇੰਪੋਰਟੈਂਟ ਹੈ, ਬਾਕੀ ਵੀ ਇੱਕ ਵਾਰ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਚਲੋ ਅਗਲੀ ਜਿਹੜੀ ਹੈਗੀ ਮੂਵਮੈਂਟ ਕੁੱਕੂ ਦਾ ਕੁੱਕਾ ਨਾਮਧਾਰੀ ਮੂਵਮੈਂਟ ਇਨ ਪੰਜਾਬ ਵਾਸ ਫਾਊਂਡ ਬਾਏ। ਕੁੱਕਾ ਜਿਹੜੀ ਨਾਮਧਾਰੀ ਮੂਵਮੈਂਟ ਸੀ ਕਿਹਨੇ ਫਾਊਂਡ ਕੀਤੀ ਸੀਗੀ? ਬਲਕਾਰ ਸਿੰਘ ਨੇ ਨਹੀਂ ਕੀਤੀ ਸੀਗੀ, ਬਾਬਾ ਬਲਕਾਰ ਸਿੰਘ ਜੀ ਨੇ ਨਹੀਂ, ਗੁਰੂ ਰਾਮ ਸਿੰਘ ਜੀ ਨੇ ਕੀਤੀ ਸੀ, ਠੀਕ ਹੈ। ਕੁੱਕਾ ਮੂਵਮੈਂਟ ਕੀ ਸੀ? ਕੁੱਕਾ ਮੂਵਮੈਂਟ ਸੀਗੀ ਜਿਹੜੇ ਨਾ ਆਪਣਾ ਸਿੱਖੀਜ਼ਮ ਸੀਗਾ ਨਾ, ਉਹਦੇ ਵਿੱਚ ਨਾ ਬਹੁਤ ਜ਼ਿਆਦਾ ਅੰਧ ਵਿਸ਼ਵਾਸ ਫੈਲ ਰਿਹਾ ਸੀਗਾ ਵੀ ਐਵੇਂ ਕਰੋ, ਪੈਸੇ ਦਿਓ ਉਹਨਾਂ ਨੂੰ, ਬਾਬਿਆਂ ਨੂੰ ਪੈਸੇ ਦਿਓ, ਇਹ ਸਾਰਾ ਕੁਝ ਬਹੁਤ ਜ਼ਿਆਦਾ ਫੈਲ ਰਿਹਾ ਸੀਗਾ। ਇਸ ਨੂੰ ਘਟਾਉਣ ਵਾਸਤੇ ਕਿਹੜੀ ਮੂਵਮੈਂਟ ਸਟਾਰਟ ਕੀਤੀ ਸੀ? ਕੁੱਕਾ ਮੂਵਮੈਂਟ ਸਟਾਰਟ ਕੀਤੀ ਸੀ, ਠੀਕ ਹੈ। ਇਹ ਬੇਸਿਕਲੀ ਇੱਕ ਤਰ੍ਹਾਂ ਦੀ ਸੋਸ਼ਲ ਰਿਲੀਜੀਅਸ ਰਿਫੋਰਮ ਸੀਗਾ, ਠੀਕ ਹੈ, ਕੁੱਕਾ ਮੂਵਮੈਂਟ, ਜਿਹਦੇ ਵਿੱਚ ਇੱਕ ਕਢਾਉਣਾ ਸੀਗਾ ਵੀ ਆਪਾਂ ਅੰਧ ਵਿਸ਼ਵਾਸਾਂ 'ਚ ਨਹੀਂ ਪੈਣਾ, ਠੀਕ ਹੈ, ਠੀਕ ਹੈ। ਇਹ ਕੁੱਕਾ ਮੂਵਮੈਂਟ ਦੇ ਕੀ ਸੀਗਾ? ਫੋਕਸ ਸੀਗਾ ਵੀ ਆਪਾਂ ਅੰਧ ਵਿਸ਼ਵਾਸਾਂ 'ਚ ਨਹੀਂ ਪੈਣਾ, ਠੀਕ ਹੈ। ਆਪਾਂ ਰਿਵਾਈਵ ਕਰਨਾ ਸਿੱਖੀਜ਼ਮ। ਗੁਰੂ ਨਾਨਕ ਜੀ ਸਿੱਖੀਜ਼ਮ ਲੈ ਕੇ ਆਏ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਅੰਧ ਵਿਸ਼ਵਾਸਾਂ 'ਚ ਨਹੀਂ ਪੈਣਾ, ਠੀਕ ਹੈ। ਤਾਂ ਇਹਨੂੰ ਰਿਵਾਈਵ ਕਰਨ ਵਾਸਤੇ ਆਈ ਸੀ ਕੁੱਕਾ ਮੂਵਮੈਂਟ। ਕਦੋਂ ਆਈ ਸੀ? ਕੌਣ ਲੈ ਕੇ ਆਏ ਸੀ? ਗੁਰੂ ਰਾਮ ਸਿੰਘ ਜੀ ਇਹ ਮੂਵਮੈਂਟ ਨੂੰ ਲੈ ਕੇ ਆਏ ਸੀਗੇ। ਕੁੱਕਾ ਮੂਵਮੈਂਟ ਨੂੰ ਆਈ ਕਦੋਂ ਸੀਗੀ? 19ਵੀਂ ਸੈਂਚੁਰੀ ਦੇ ਵਿੱਚ ਆਈ ਸੀਗੀ। 19ਵੀਂ ਸੈਂਚੁਰੀ ਦੇ ਵਿੱਚ ਕਦੋਂ? 1862 ਦੇ ਵਿੱਚ ਆਈ ਸੀ। ਕਦੋਂ ਆਈ ਸੀ? 1862 ਦੇ ਵਿੱਚ। ਚਲੋ 1857 ਯਾਦ ਕਰ ਲਓ, 1857, ਠੀਕ ਹੈ। 1857 ਦੇ ਵਿੱਚ ਆਈ ਸੀਗੀ, ਬਾਬਾ ਰਾਮ ਸਿੰਘ ਜੀ ਨੂੰ ਲੈ ਕੇ ਆਏ ਸੀਗੇ। ਬਾਬਾ ਰਾਮ ਸਿੰਘ ਜੀ ਲੈ ਕੇ ਆਏ ਸੀ, ਅਤੇ ਇਹ ਕਿਹਦੇ ਡਿਸਾਈਪਲ ਸੀਗੇ?
ਬਾਬਾ ਬਲਕਾਲ ਸਿੰਘ ਦੇ ਡਿਸਾਈਪਲ ਸੀਗੇ। ਡਿਸਾਈਪਲ ਮਤਲਬ ਇਹਦੇ ਕਿਸੇ ਸਟੂਡੈਂਟ ਸੀਗੇ। ਬਾਬਾ ਰਾਮ ਸਿੰਘ ਕਿਹਦੇ ਡਿਸਾਈਪਲ ਸੀ? ਬਾਬਾ ਬਾਲਕ ਸਿੰਘ ਜੀ ਦੇ ਕੀ ਸੀਗੇ? ਇਹ ਸਟੂਡੈਂਟ ਸੀਗੇ। ਸਮਝ ਗਏ ਕੁੱਕੂ ਰਾਮਦਾਸ ਰਾਏ ਮੂਵਮੈਂਟ ਦੇ ਬਾਰੇ, ਕਿਉਂਕਿ ਇਹ ਵੀ ਇੰਪੋਰਟੈਂਟ ਹੈ ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਚਲੋ ਹੁਣ ਆਪਾਂ ਅਗਲੇ ਕੁਐਸਚਨ ਚੱਲਦੇ ਹਾਂ। ਅਗਲਾ ਕੁਐਸਚਨ ਹੈ ਕਿ ਹਰੀਕੇ ਵੈਟਲੈਂਡ। ਹਰੀਕੇ ਵੈਟਲੈਂਡ ਕਿੱਥੇ ਹੈ? ਹਰੀਕੇ ਵੈਟਲੈਂਡ ਇੱਕ ਬਰਡ ਸੈਂਚਰੀ ਹੈ, ਠੀਕ ਹੈ। ਹਰੀਕੇ ਵੈਟਲੈਂਡ ਕੀ ਹੈ? ਇੱਕ ਬਰਡ ਸੈਂਚਰੀ ਹੈ। ਇੱਕ ਇਹ ਰਾਮਸਰ ਸਾਈਡ ਵੀ ਹੈ, ਠੀਕ ਹੈ। ਇਹ ਕਿਹੜੀ ਦੋ ਨਦੀਆਂ ਦੇ ਵਿੱਚ ਹੈ? ਹਰੀਕੇ ਜਿਹੜਾ ਵੈਟਲੈਂਡ ਹੈ ਕਿਹੜੀ ਦੋ ਨਦੀਆਂ ਵਿੱਚ ਹੈ? ਸਤਲੁਜ ਅਤੇ ਬਿਆਸ ਦੇ ਵਿੱਚ ਹੈ। ਸਤਲੁਜ ਅਤੇ ਬਿਆਸ ਦੇ ਵਿੱਚ ਹੈ ਹਰੀਕੇ ਵੈਟਲੈਂਡ, ਠੀਕ ਹੈ। ਵੈਟਲੈਂਡ ਡੇ ਆਪਾਂ ਕਦੋਂ ਬਣਾਉਂਦੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 2 ਫਰਵਰੀ ਨੂੰ ਬਣਾਉਂਦੇ, ਠੀਕ ਹੈ। ਕਿਉਂਕਿ ਇਸੇ ਦਿਨ ਕੀ ਆਈ ਸੀ? ਰਾਮਸਰ ਕਨਵੈਨਸ਼ਨ ਹੋਈ ਸੀਗੀ, ਜਿਹਦੇ ਵਿੱਚ ਆਪਾਂ ਕੀ ਦੇਖਿਆ ਸੀਗਾ, ਜਿਹੜੇ ਮਤਲਬ ਲੈਂਡ ਜਿਹੜੀਆਂ ਹੈਗੀਆਂ ਨੇ ਨਾ, ਜਿਹਦੇ ਡਿਸਟਰੋਏ ਬਹੁਤ ਜ਼ਿਆਦਾ ਹੋ ਰਹੀਆਂ ਨੇ, ਉਹਨਾਂ ਨੂੰ ਆਪਾਂ ਕੰਜ਼ਰਵ ਕਰਨਾ, ਠੀਕ ਹੈ। ਤਾਂ ਜਿਹੜੀ ਆ ਹਰੀਕੇ ਵੈਟਲੈਂਡ ਹੈ ਇਹ ਵੀ ਕੀ ਹੋ ਰਹੀ ਹੈ? ਥੋੜ੍ਹੀ ਡਿਸਟਰੋਏ ਜ਼ਿਆਦਾ ਹੋ ਰਹੀ ਹੈ, ਤਾਂ ਕਰਕੇ ਇਹਨੂੰ ਆਪਾਂ ਕੀ ਕਰਨਾ? ਕੰਜ਼ਰਵ ਕਰਨਾ, ਠੀਕ ਹੈ। ਇਹ ਰਾਮਸਰ ਸਾਈਟ ਹੈ ਇੱਕ। ਰਾਮਸਰ ਡੇ ਕਦੋਂ ਬਣਾਉਂਦੇ ਆਪਾਂ? 2 ਫਰਵਰੀ ਨੂੰ ਬਣਾਉਂਦੇ ਹਾਂ। ਇਹ ਆਈ ਕਿੱਥੇ? ਸਤਲੁਜ ਅਤੇ ਬਿਆਸ ਦੇ ਵਿੱਚ ਹੈ ਹਰੀਕੇ ਵੈਟਲੈਂਡ, ਇੱਕ ਬਰਡ ਸੈਂਚਰੀ ਵੀ ਹੈ, ਠੀਕ ਹੈ। ਚਲੋ ਅਗਲਾ ਕੁਐਸਚਨ ਹੈਗਾ ਭੰਗੜਾ। ਕਹਿੰਦੇ ਭੰਗੜਾ ਕਦੋਂ ਪਾਉਂਦੇ ਆ? ਟ੍ਰੈਡੀਸ਼ਨਲ ਫੋਕ ਡਾਂਸ ਭੰਗੜਾ ਕਦੋਂ ਪਾਉਂਦੇ ਆ? ਕਦੋਂ ਪਾਉਂਦੇ ਆ ਆਪਾਂ? ਬਰਥ ਆਫ ਚਾਈਲਡ 'ਤੇ ਪਾਉਂਦੇ? ਨਹੀਂ, ਮੈਰਿਜ 'ਤੇ ਪਾਉਂਦੇ। ਮੈਰਿਜ 'ਤੇ ਵੈਸੇ ਪਾ ਲੈਂਦੇ, ਪਰ ਮੁੱਖ ਕਾਰਨ ਕੀ ਹੁੰਦਾ ਭੰਗੜਾ ਪਾਉਣ ਦਾ? ਹੁੰਦਾ ਹਾਰਵੈਸਟ ਆਫ ਵੀਟ। ਜਦੋਂ ਆਪਾਂ ਕੀ ਕਰਨਾ? ਕਣਕ ਦੀ ਵਾਢੀ ਹੁੰਦੀ ਹੈ, ਜੋ ਕਣਕ ਦੀ ਵਾਢੀ ਹੁੰਦੀ ਹੈ ਉਦੋਂ ਕੀ ਪਾਉਂਦੇ ਆਪਾਂ? ਭੰਗੜਾ ਪਾਉਂਦੇ ਹਾਂ, ਹਾਰਵੈਸਟ ਆਫ ਵੀਟ। ਇਹ ਵੀ ਤੁਸੀਂ ਇੰਪੋਰਟੈਂਟ ਯਾਦ ਕਰਨਾ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਥੋੜ੍ਹਾ ਕਰੰਟ ਅਫੇਅਰ ਦਾ, ਉਹ ਹੈ ਵਿਚ ਇੰਡੀਅਨ ਲਾਅ ਪਾਸ ਇਨ 2025 ਪ੍ਰੋਵਾਈਡਿਡ ਏ ਸੈਚੂਰੇਟਿਵ ਫਰੇਮਵਰਕ ਫॉर ਗਵਰਨੈਂਸ ਆਫ ਨੈਸ਼ਨਲ ਸਪੋਰਟ ਬੋਡੀ ਐਂਡ ਐਥਲੀਟ। ਬੇਸਿਕਲੀ ਨੈਸ਼ਨਲ ਸਪੋਰਟ ਬੋਡੀ ਅਤੇ ਐਥਲੀਟ ਨੂੰ ਕੀ ਕਰਨਾ? ਗਵਰਨ ਕਰਨ ਵਾਸਤੇ ਇੱਕ ਨਵਾਂ ਲਾਅ ਆਇਆ, ਉਸ ਦਾ ਨਾਮ ਕੀ ਹੈ? ਨੈਸ਼ਨਲ ਸਪੋਰਟ ਗਵਰਨੈਂਸ ਐਕਟ 2025। ਇਹਦੇ ਵਿੱਚ ਆ ਕੀ ਕਿਉਂ ਲੈ ਕੇ ਆਏ ਨੇ ਲੋਕ? ਤਾਂ ਕਿ ਡੋਪਿੰਗ ਨਾ ਕਰ ਪਾਉਣ ਜਿਹੜੇ ਬੱਚੇ ਨੇ, ਜਿਹੜੇ ਐਥਲੀਟ ਨੂੰ ਡੋਪਿੰਗ ਨਾ ਕਰ ਪਾਉਣ। ਡੋਪਿੰਗ ਤਾਂ ਤੁਹਾਨੂੰ ਡੋਪਿੰਗ ਕੀ ਹੁੰਦੀ ਹੈ? ਸਟੀਰੋਇਡ ਵਗੈਰਾ ਲਾ ਕੇ ਆਪਦਾ ਪਰਫੋਰਮੈਂਸ ਵਧਾਉਂਦੇ ਹੁੰਦੇ ਨੇ, ਠੀਕ ਹੈ। ਉਹਨੂੰ ਰੋਕਣ ਵਾਸਤੇ ਆਈ ਸੀਗੀ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ 2025, ਠੀਕ ਹੈ। ਯਾਦ ਕਰਨਾ ਤੁਸੀਂ। ਇਹ ਆਪਣਾ ਕਰੰਟ ਦਾ ਕੁਐਸਚਨ ਹੈ, ਕਰੰਟ ਅਫੇਅਰ ਆਪਾਂ ਕਰਿਆ ਕਰਾਂਗੇ ਰੋਜ਼। ਚਲੋ ਅਗਲਾ ਕੁਐਸਚਨ ਹੈ ਵਿਚ ਇੰਟਰਨੈਸ਼ਨਲ ਟ੍ਰੀਟੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਵਾਸ ਟੈਂਪਰੇਰੀ ਸਸਪੈਂਡਡ ਇੰਡੀਆ 2025। 2025 ਦੇ ਵਿੱਚ ਕਿਹੜੀ ਟ੍ਰੀਟੀ ਨੂੰ ਸਸਪੈਂਡ ਕਰਤਾ ਸੀਗਾ? ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਅਟੈਕ ਕਰਤਾ ਜੰਮੂ ਕਸ਼ਮੀਰ ਦੇ ਉੱਤੇ ਪਾਕਿਸਤਾਨ ਨੇ, ਠੀਕ ਹੈ। ਤਾਂ ਕਰਕੇ ਉਹ ਕਿਹੜੀ ਟ੍ਰੀਟੀ ਜਿਹੜੀ ਉਹ ਕਰਤੀ ਸੀਗੀ ਖਤਮ? ਉਹ ਸੀ ਇੰਡਸ ਵਾਟਰ ਟ੍ਰੀਟੀ ਨੂੰ ਕੀ ਕਰਤਾ ਸੀ? ਸਸਪੈਂਡ ਕਰਤਾ ਸੀਗਾ, ਠੀਕ ਹੈ, ਸਰਕਾਰ ਨੇ। ਚਲੋ ਅਗਲਾ ਕੁਐਸਚਨ ਹੈ 76 ਦਿੱਲੀ ਰਿਪਬਲਿਕ ਡੇ ਜਦੋਂ ਪਰੇਡ ਹੋਈ ਸੀ, 76 ਦਿੱਲੀ ਰਿਪਬਲਿਕ ਪਰੇਡ ਹੋਈ ਸੀਗੀ ਜਨਵਰੀ 2025 ਦੇ ਵਿੱਚ, ਉਦੋਂ ਸਪੈਸ਼ਲ ਗੈਸਟ ਕੌਣ ਸੀਗਾ? ਇੰਡੋਨੇਸ਼ੀਆ। ਹੁਣ ਇਸ ਸਾਲ ਕੌਣ ਸੀਗਾ 2026 ਦੇ ਵਿੱਚ? ਇਸ ਸਾਲ ਸੀਗਾ EU, ਠੀਕ ਹੈ, ਯੂਰੋਪੀਅਨ ਯੂਨੀਅਨ ਸੀਗੀ ਇਸ ਸਾਲ ਕੀ ਆਪਣੀ 26 ਜਨਵਰੀ ਦੇ ਉੱਤੇ ਗੈਸਟ। ਇਹ ਕੁਐਸਚਨ ਆਊਗਾ ਹੀ ਆਊਗਾ, ਠੀਕ ਹੈ, ਕਿਸੇ ਨਾ ਕਿਸੇ ਪੇਪਰ ਦੇ ਵਿੱਚ। 26 ਜਨਵਰੀ ਦੇ ਵਿੱਚ ਕੌਣ ਸੀ ਗੈਸਟ? ਯੂਰੋਪੀਅਨ ਯੂਨੀਅਨ, ਸਮਝ ਗਏ। ਚਲੋ ਹੁਣ ਅਗਲਾ ਕੁਐਸਚਨ ਜਿਹੜਾ ਹੈਗਾ ਕਲਿੰਗਾ ਵਾਰ। ਕਲਿੰਗਾ ਵਾਰ ਤਾਂ ਤੁਹਾਨੂੰ ਪਤਾ ਹੀ ਹੋਇਆ ਕਿਹਨੇ ਲੜੀ ਸੀਗੀ? ਅਸ਼ੋਕਾ ਨੇ ਲੜੀ ਸੀਗੀ, ਠੀਕ ਹੈ। ਜਿਸ ਤੋਂ ਬਾਅਦ ਇਹਨਾਂ ਦਾ ਹਰਿਦੇ ਪਰਿਵਰਤਨ ਹੋ ਜਾਂਦੇ ਅਤੇ ਆਪਦੇ ਆਪ ਨੂੰ ਇਹ ਕੀ ਬਣਾਉਂਦੇ? ਬੁੱਧੀਜ਼ਮ ਬਣਾ ਲੈਂਦੇ ਨੇ, ਕਿਉਂਕਿ ਇਹਨੇ ਬਹੁਤ ਜ਼ਿਆਦਾ ਖੂਨ ਕਰਤਾ ਹੁੰਦਾ ਕਲਿੰਗਾ ਵਾਰ ਦੇ ਵਿੱਚ। ਬਹੁਤ ਜ਼ਿਆਦਾ ਖੂਨ ਹੋ ਜਾਂਦਾ ਹੁੰਦਾ, ਜਿਸ ਕਰਕੇ ਇਹਨੂੰ ਕੀ ਜੋ ਇਹਨਾਂ ਇੰਨਾ ਜ਼ਿਆਦਾ ਖੂਨ ਦੇਖਦੇ ਨੇ ਤਾਂ ਇਹਦਾ ਹਿਰਦੇ ਪਰਿਵਰਤਨ ਕਰਕੇ ਕੀ ਬਣਦਾ? ਬੁੱਧੀਜ਼ਮ ਬਣ ਜਾਂਦੇ ਨੇ, ਠੀਕ ਹੈ। ਬੁੱਧੀ ਨੂੰ ਕਹਿੰਦੇ ਅਡੋਪਟ ਕਰ ਲੈਂਦੇ। ਕਲਿੰਗਾ ਵਾਰ ਹੋਈ ਕਦੋਂ ਸੀਗੀ? ਇਹ ਹੋਈ ਸੀ 261 BCE ਦੇ ਵਿੱਚ, ਬਿਫੋਰ ਕ੍ਰਿਸਚਨ 261 ਦੇ ਵਿੱਚ ਹੋਈ ਸੀਗੀ ਕਲਿੰਗਾ ਵਾਰ, ਠੀਕ ਹੈ। ਇਹ ਆਪਾਂ ਨੂੰ ਕਿਹੜੇ ਰੌਕ ਰਿਕਟ 'ਤੇ ਮਿਲਦਾ? ਆਪਾਂ ਨੂੰ ਮਿਲਦਾ 13ਵਾਂ ਰੌਕ ਰਿਕਟ ਹੈ ਨਾ, ਜਿਹੜਾ 13ਵਾਂ ਰੌਕ ਰਿਕਟ। ਹੁਣ ਜਿਹੜੇ ਅਸ਼ੋਕਾ ਜੀ ਨੇ ਨਾ, ਅਸ਼ੋਕਾ ਨੇ ਬਹੁਤ ਸਾਰੇ ਕੀ ਬਣਾਏ ਸੀ? ਰੌਕਸ ਬਣਾਏ, ਜਿਹਦੇ ਉੱਤੇ ਕੀ ਲਿਖਿਆ ਹੋਇਆ ਸੀਗਾ? ਜਿਹਦੇ ਰੂਲਸ ਲਿਖੇ ਹੋਏ ਸੀਗੇ, ਠੀਕ ਹੈ, ਰੂਲਸ ਲਿਖੇ ਹੋਏ ਸੀ ਅਤੇ ਕੁਛ ਇਹਦੇ ਰਾਜਾਂ ਬਾਰੇ ਲਿਖਿਆ ਹੋਇਆ ਸੀਗਾ। ਐਵੇਂ ਜਿਹੜਾ ਆਪਣਾ 13ਵਾਂ ਰੌਕ ਰਿਕਟ ਹੈ ਨਾ, 13ਵਾਂ ਐਵੇਂ ਕਰਕੇ ਰੌਕ ਹੈ ਜਿਹੜਾ, ਉਸ ਦੇ ਉੱਤੇ ਲਿਖਿਆ ਹੋਇਆ ਕਲਿੰਗਾ ਵਾਰ ਦੇ ਬਾਰੇ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 13ਵੇਂ ਰੌਕ ਰਿਕਟ ਦੇ ਉੱਤੇ ਲਿਖਿਆ ਹੋਇਆ ਕਲਿੰਗਾ ਵਾਰ ਦੇ ਬਾਰੇ, ਸਮਝ ਗਏ ਜੀ। ਚਲੋ ਜਿਹੜਾ ਅਗਲਾ ਕੁਐਸਚਨ ਹੈ ਵਿਚ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ ਡੀਲ ਵਿਦ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ। ਡਾਇਰੈਕਟਿਵ ਪ੍ਰਿੰਸੀਪਲ ਸਟੇਟ ਦੇ ਪਾਲਿਸੀ ਬਾਰੇ ਕਿਹੜਾ ਪਾਰਟ ਡੀਲ ਕਰਦਾ? ਉਹ ਹੈਗਾ ਪਾਰਟ 4। ਪਾਰਟ 4 ਦੇ ਵਿੱਚ ਲਿਖਿਆ ਹੋਇਆ DPSP ਦੇ ਬਾਰੇ, ਸਟੇਟ ਦੇ DPSP ਦੇ ਬਾਰੇ ਕਿਹੜੇ ਪਾਰਟ ਦੇ ਵਿੱਚ ਲਿਖਿਆ ਹੋਇਆ? ਪਾਰਟ 4 ਦੇ ਵਿੱਚ। ਜਿਹੜਾ ਆਪਣਾ ਪਾਰਟ 3 ਹੈ ਨਾ ਕਨਸਟੀਟਿਊਸ਼ਨ ਦਾ, ਇਹਦੇ ਵਿੱਚ ਕਿਹਦੇ ਬਾਰੇ ਲਿਖਿਆ ਹੋਇਆ? ਇਹਦੇ ਵਿੱਚ ਲਿਖਿਆ ਹੋਇਆ ਫੰਡਾਮੈਂਟਲ ਰਾਈਟਸ ਦੇ ਬਾਰੇ, ਠੀਕ ਹੈ। ਪਾਰਟ 4 ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਬਾਰੇ। ਪਾਰਟ ਜਿਹੜਾ 6 ਹੈ ਇਹਦੇ ਵਿੱਚ ਲਿਖਿਆ ਹੋਇਆ ਸਟੇਟ ਗਵਰਨਮੈਂਟ ਦੇ ਬਾਰੇ, ਸਟੇਟ ਗਵਰਨਮੈਂਟ, ਠੀਕ ਹੈ, ਜਿਵੇਂ ਪੰਜਾਬ ਦੀ ਗਵਰਨਮੈਂਟ ਹੋ ਗਈ। ਇਹ 'ਚ ਲਿਖਿਆ ਹੋਇਆ ਸੈਂਟਰ ਗਵਰਨਮੈਂਟ ਦੇ ਬਾਰੇ ਪਾਰਟ 5 ਦੇ ਵਿੱਚ, ਠੀਕ ਹੈ। ਬਸ ਵੀ ਪਾਰਟ 3 ਅਤੇ ਪਾਰਟ 4 ਪਤਾ ਹੋਣਾ ਚਾਹੀਦਾ, ਚਾਹੇ ਪਾਰਟ 6 5 ਇੰਨਾ ਇੰਪੋਰਟੈਂਟ ਨਹੀਂ ਹੈ, ਪਰ ਪਾਰਟ 3 ਅਤੇ ਪਾਰਟ 4 ਤਾਂ ਬਹੁਤ ਇੰਪੋਰਟੈਂਟ ਹੈ। ਪਾਰਟ 4 ਦੇ ਵਿੱਚ DPSP ਹੈ, ਪਾਰਟ 3 ਦੇ ਵਿੱਚ ਕੀ ਹੈ? ਫੰਡਾਮੈਂਟਲ ਰਾਈਟ। ਅਤੇ ਇੱਕ ਇਹ ਤੋਂ ਬਾਅਦ ਇੱਕ ਬੈਂਟ ਕਰਕੇ ਇੱਕ ਹੋਰ ਪਾਰਟ ਜੋੜਤਾ ਸੀਗਾ, ਉਹ ਸੀਗਾ ਪਾਰਟ 4A। ਇਹਦੇ ਵਿੱਚ ਕੀ ਹੈ? ਫੰਡਾਮੈਂਟਲ ਡਿਊਟੀਜ਼ ਹੈ, ਠੀਕ ਹੈ। ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਦ ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ। ਸਭ ਤੋਂ ਵੱਡਾ ਗਲੈਂਡ ਕਿਹੜਾ ਹੈ ਮਨੁੱਖੀ ਸਰੀਰ ਦੇ ਵਿੱਚ? ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ?
ग्रंथि किहड़ी है सब तो वड्डी, ग्लैंड किहड़ा सब तो वड्डा, वो है लीवर। लीवर है सब तो वड्डा ग्लैंड। ग्लैंड की हुंदा जिहदे चों हार्मोन्स रिलीज़ हुंदे ने, वो हुंदा ग्लैंड। सब तो वड्डा जिहड़ा ग्लैंड सब तो वड्डा किहड़ा ग्लैंड है जिहड़ा हार्मोन रिलीज़ करदा, वो है अपना लीवर। लीवर सब तो ज़्यादा हार्मोन्स रिलीज़ करदा अपने शरीर दे विचों, ठीक है। चलो अगला जिहड़ा क्वेश्चन है इंपॉर्टेंट, वो है ब्लू इकोनॉमी। ब्लू इकोनॉमी 2.0 इनिशिएटिव 2025 G20 ਦਾ ਇਨੀਸ਼ੀਏਟਿਵ ਸੀਗਾ ਬਲੂ ਇਕੋਨਮੀ 2.0। ਇਹ ਫੋਕਸ ਕਿਤੇ ਕਰੂਗਾ, ਇਹ ਫੋਕਸ ਕਰੂਗਾ ਸਸਟੇਨੇਬਲ ਯੂਜ਼ ਆਫ ਓਸ਼ਨ ਰਿਸੋਰਸ। ਜਿਹੜਾ ਓਸ਼ਨ ਦਾ ਰਿਸੋਰਸ ਹੈ ਉਹਨੂੰ ਸਸਟੇਨੇਬਲੀ ਆਪਾਂ ਯੂਜ਼ ਕਰਨਾ, ਠੀਕ ਹੈ। ਐ ਨਹੀਂ ਹੈਗਾ ਵੀ ਸਾਰੀਆਂ ਮੱਛੀਆਂ ਕੱਢ ਕੇ ਖਾਈ ਜਾਂਦੇ ਹੋ, ਫਿਊਚਰ ਵਾਸਤੇ ਬਚੇ ਹੀ ਨਹੀਂ ਹੈਗੇ, ਠੀਕ ਹੈ। ਜਿਹੜੇ ਆਉਣ ਵਾਲੇ ਸਮੇਂ ਵਾਸਤੇ ਬਚੇ ਹੀ ਨਹੀਂ ਹੈਗੇ, ਠੀਕ ਹੈ। ਸਸਟੇਨੇਬਲੀ ਆਪਾਂ ਯੂਜ਼ ਕਰਨਾ, ਠੀਕ ਹੈ। ਵੀ ਆਉਣ ਵਾਲੇ ਸਮੇਂ ਵਾਸਤੇ ਵੀ ਆਪਾਂ ਕੀ ਕਰਨੇ, ਬਚਾ ਕੇ ਰੱਖਣੀਆਂ, ਠੀਕ ਹੈ। ਓਸ਼ਨ ਰਿਸੋਰਸ ਫॉर ਇਕਨੋਮਿਕ ਗਰੋਥ, ਠੀਕ ਹੈ। ਐਵੇਂ ਨਹੀਂ ਹੈ ਵੀ ਸਾਰਾ ਤੇਲ ਕੱਢੀ ਜਾਂਦੇ ਪਾਣੀ ਦੇ ਵਿੱਚੋਂ, ਠੀਕ ਹੈ। ਸਸਟੇਨੇਬਲੀ ਯੂਜ਼ ਕਰਨਾ, ਇਹ ਸੀਗਾ ਇਹਦਾ ਫੋਕਸ ਬਲੂ ਇਕੋਨਮੀ 2.0 ਦਾ, ਠੀਕ ਹੈ। ਜਿਹੜਾ ਅਗਲਾ ਕੁਐਸਚਨ ਹੈ ਉਹ ਹੈਗਾ ਦ ਵਨ ਸਨ ਵਨ ਵਰਲਡ ਵਨ ਗ੍ਰਿਡ, ਠੀਕ ਹੈ। ਦ ਵਨ ਸਨ ਵਨ ਵਰਲਡ ਵਨ ਗ੍ਰਿਡ, ਠੀਕ ਹੈ। ਇਹਦੀ ਫੁੱਲ ਫਾਰਮ, ਇਹਦੀ ਸ਼ੋਰਟ ਫਾਰਮ ਕੀ ਹੈ, OSOWOG। ਇਹ ਇਨੀਸ਼ੀਏਟਿਵ ਕਿਹਦਾ ਸੀਗਾ ਵਨ ਸਨ? ਇਹ ਇਨੀਸ਼ੀਏਟਿਵ ਸੀਗਾ ਵੀ ਆਪਾਂ ਕਨੈਕਟ ਕਰਨਾ ਸੋਲਰ ਐਨਰਜੀ ਗ੍ਰਿਡ ਅਕਰੋਸ ਬਾਰਡਰ ਦੇ ਅਕਰੋਸ ਆਪਾਂ ਕੀ ਲਾਣੇ, ਸੋਲਰ ਪੈਨਲ ਲਗਾਉਣੇ ਨੇ, ਠੀਕ ਹੈ। ਸਾਰੇ ਦੇਸ਼ ਦੇ ਵਿੱਚ ਸੋਲਰ ਪੈਨਲ ਲਗਾਉਣੇ ਨੇ, ਫਿਰ ਉਹ ਤੋਂ ਆਪਾਂ ਕੀ ਪੈਦਾ ਕਰਨੀ, ਬਿਜਲੀ ਪੈਦਾ ਕਰਨੀ ਹੈ, ਠੀਕ ਹੈ। ਹੁਣ ਤੁਹਾਨੂੰ ਪਤਾ ਹੀ ਹੋਏਗਾ ਜਿਵੇਂ ਆਪਣਾ ਇੰਡੀਆ ਇਹ ਕਿੱਥੇ ਆਉਂਦਾ, ਟ੍ਰੋਪਿਕ ਆਫ ਕੈਂਸਰ ਦੇ। ਹੁਣ ਟ੍ਰੋਪਿਕ ਆਫ ਕੈਂਸਰ ਦੇ ਉੱਤੇ ਜਿਹੜੀਆਂ ਸਟੇਟਸ ਆਉਂਦੀਆਂ ਨੇ ਨਾ, ਜਿਹੜੀ ਸਟੇਟ ਟ੍ਰੋਪਿਕ ਆਫ ਕੈਂਸਰ ਦੇ ਉੱਤੇ ਆਉਂਦੇ, ਟ੍ਰੋਪਿਕ ਆਫ ਕੈਂਸਰ ਕਿੰਨੇ ਡਿਗਰੀ 'ਤੇ ਹੁੰਦਾ, ਇਹ ਹੁੰਦਾ 223.5 ਨੌਰਥ ਦੇ ਉੱਤੇ। ਇਹਦੇ ਉੱਤੇ ਸਨ ਦੀਆਂ ਡਾਇਰੈਕਟ ਰੇਜ਼ ਪੈਂਦੀਆਂ ਨੇ, ਇਹਦੇ ਉੱਤੇ ਨਾ ਸਨ ਦੀਆਂ ਡਾਇਰੈਕਟ ਰੇਜ਼ ਪੈਂਦੀਆਂ ਨੇ ਆਹ ਲਾਈਨ ਦੇ ਉੱਤੇ, ਠੀਕ ਹੈ। ਇਹ ਇੰਡੀਆ ਦੇ ਵਿੱਚੋਂ ਵੀ ਗੁਜ਼ਰਦਾ। ਤਾਂ ਜਿਹੜੀ ਟ੍ਰੋਪਿਕ ਆਫ ਕੈਂਸਰ ਦੇ ਉੱਤੇ ਲਾਈਨਾਂ ਗੁਜ਼ਰਦੀਆਂ ਨੇ ਨਾ, ਇਹਨਾਂ ਨੇ ਮਿਲ ਕੇ ਕੀ ਬਣਾਇਆ, ISA। ISA ਕੀ ਹੈ, ਇੰਡੀਅਨ ਸਨ ਅਲਾਇੰਸ, ਠੀਕ ਹੈ। ਇੰਡੀਅਨ ਸਨ ਅਲਾਇੰਸ, ਕਿਉਂਕਿ ਆਪਣਾ ਇੰਡੀਆ ਵੀ ਇੱਥੋਂ ਗੁਜ਼ਰਦਾ, ਤਾਂ ਕਰਕੇ ਆਪਣੇ ਕੋਲ ਇੰਡੀਆ ਕੋਲ ਬਹੁਤ ਜ਼ਿਆਦਾ ਧੁੱਪ ਆਉਂਦੀ ਹੈ ਜਿਹਦੇ ਤੋਂ ਆਪਾਂ ਸੋਲਰ ਐਨਰਜੀ ਪ੍ਰੋਡਿਊਸ ਕਰ ਸਕਦੇ ਹਾਂ, ਠੀਕ ਹੈ। ਸਮਝ ਗਏ ਜੀ। ਤਾਂ ਇਹਦਾ ਇਨੀਸ਼ੀਏਟਿਵ ਕੀ ਸੀਗਾ, ਵਨ ਸਨ ਵਨ ਵਰਲਡ ਵਨ ਗ੍ਰਿਡ ਦਾ, ਕਨੈਕਟ ਸੋਲਰ ਐਨਰਜੀ ਗ੍ਰਿਡ ਅਕਰੋਸ ਦਾ ਬਾਰਡਰ। ਵੀ ਬਾਰਡਰ ਦੇ ਅਕਰੋਸ ਆਪਾਂ ਸੋਲਰ ਐਨਰਜੀ ਗ੍ਰਿਡ ਕਨੈਕਟ ਕਰਨੀ ਹੈ। ਆਹ ਵੀ ਇੰਪੋਰਟੈਂਟ ਕੁਐਸਚਨ ਹੈ। ਜਿਹੜਾ ਦੇਵਦਾਸ ਬੁੱਕ ਸੀਗੀ, ਦੇਵਦਾਸ ਬੁੱਕ ਇਹ ਕਿਹਨੇ ਲਿਖੀ ਹੈ? ਦੇਵਦਾਸ ਬੁੱਕ ਲਿਖੀ ਹੈ ਸ਼ਰਤ ਚੰਦਰ ਚਟੋਪਾਧਿਆਏ ਨੇ। ਸ਼ਰਤ ਚੰਦਰ ਚਟੋਪਾਧਿਆਏ ਨੇ ਲਿਖੀ ਹੈ ਕਿਹੜੀ ਬੁੱਕ, ਦੇਵਦਾਸ ਬੁੱਕ, ਠੀਕ ਹੈ। ਬੰਕਿਮ ਚੰਦਰ ਚਟਰਜੀ ਨੇ ਕੀ ਲਿਖਿਆ, ਬੰਕਿਮ ਚੰਦਰ ਨੇ ਲਿਖਿਆ ਆਪਣਾ ਨੈਸ਼ਨਲ ਸੌਂਗ, ਠੀਕ ਹੈ। ਆਪਣਾ ਜਿਹੜਾ ਨੈਸ਼ਨਲ ਸੌਂਗ ਹੈ ਵੰਦੇ ਮਾਤਰਮ, ਉਹ ਕਿਹਨੇ ਲਿਖਿਆ, ਬੰਕਿਮ ਚੰਦਰ ਚਟਰਜੀ ਨੇ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਚਲੋ ਇਹ ਵੀ ਸੀ ਇੰਪੋਰਟੈਂਟ ਕੁਐਸਚਨ। ਚਲੋ ਇੱਕ ਹੁਣ ਆਪਾਂ ਲਾਸਟ ਕੁਐਸਚਨ ਕਰਦੇ ਹਾਂ ਅੱਜ ਦਾ। ਲਾਸਟ ਕੁਐਸਚਨ ਹੈ ਲਾਰਜੈਸਟ ਫਰੈਸ਼ ਵਾਟਰ ਲੇਕ ਕਿਹੜੀ ਹੈ ਇੰਡੀਆ ਦੀ? ਸਭ ਤੋਂ ਵੱਡੀ ਮਿੱਠੀ ਝੀਲ ਕਿਹੜੀ ਹੈ, ਠੀਕ ਹੈ। ਸਭ ਤੋਂ ਵੱਡੀ ਮਿੱਠੀ ਝੀਲ ਕਿਹੜੀ ਹੈ? ਲਾਰਜੈਸਟ ਫਰੈਸ਼ ਵਾਟਰ ਲੇਕ ਕਿਹੜੀ ਹੈ? ਵੂਲਰ ਲੇਕ। ਵੂਲਰ ਲੇਕ ਜਿਹੜੀ ਹੈ ਕਿੱਥੇ ਹੈ? ਵੂਲਰ ਲੇਕ ਆਪਣੀ ਹੈ ਜੰਮੂ ਕਸ਼ਮੀਰ ਦੇ ਵਿੱਚ। ਵੂਲਰ ਲੇਕ ਹੈ ਹੀ ਕਿੱਥੇ? ਜੰਮੂ ਕਸ਼ਮੀਰ ਦੇ ਵਿੱਚ ਹੈ। ਲਾਰਜੈਸਟ ਕੀ ਹੈ? ਫਰੈਸ਼ ਵਾਟਰ ਲੇਕ ਹੈ। ਅਤੇ ਆਪਦਾ ਇਹ ਪਾਣੀ ਲੈਂਦੀ ਕਿੱਥੋਂ? ਵੂਲਰ ਲੇਕ 'ਚ ਪਾਣੀ ਕਿੱਥੋਂ ਆਉਂਦਾ? ਵੂਲਰ ਲੇਕ 'ਚ ਪਾਣੀ ਆਉਂਦਾ ਜੇਹਲਮ ਨਦੀ ਤੋਂ। ਜੇਹਲਮ ਨਦੀ ਤੋਂ ਵੂਲਰ ਲੇਕ ਦੇ ਵਿੱਚ ਪਾਣੀ ਆਉਂਦਾ ਹੈ। ਜੇਹਲਮ ਨਦੀ ਤੋਂ ਵੂਲਰ ਲੇਕ ਦੇ ਵਿੱਚ ਪਾਣੀ ਆਉਂਦਾ ਹੈ, ਠੀਕ ਹੈ। ਬਾਕੀ ਜਿਹੜੀ ਚਿਲਿਕਾ ਲੇਕ ਹੈ ਉੜੀਸਾ ਦੇ ਵਿੱਚ, ਇਹ ਫਰੈਸ਼ ਵਾਟਰ ਨਹੀਂ ਹੈਗੀ, ਇਹ ਕੀ ਹੈ? ਨਮਕੀਨ ਨਦੀ ਹੈ, ਠੀਕ ਹੈ। ਪੁਲਕੀ ਲੇਕ ਵੀ ਕੀ ਹੈ? ਨਮਕੀਨ ਨਦੀ ਹੈ, ਸਾਲਟ ਵਾਟਰ ਲੇਕ ਹੈ। ਸਾਂਬਰ ਲੇਕ ਵੀ ਕੀ ਹੈ? ਸਾਲਟ ਵਾਟਰ ਲੇਕ ਹੈ। ਗੁਜਰਾਤ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਫਲੋ ਕਰਦੀ ਹੈ, ਠੀਕ ਹੈ। ਵੂਲਰ ਲੇਕ ਹੀ ਹੈ ਇਹਦੇ ਵਿੱਚ ਫਰੈਸ਼ ਵਾਟਰ ਲੇਕ। ਸਮਝ ਗਏ? ਚਲੋ ਅੱਜ ਦੇ ਲੈਕਚਰ ਵਿੱਚ ਆਪਾਂ ਇੰਨਾ ਹੀ ਸੀਗਾ, ਠੀਕ ਹੈ। ਅੱਜ ਲੈਕਚਰ ਵਿੱਚ ਆਪਾਂ 4 ਕੁਐਸਚਨ ਕੀਤੇ ਹਨ ਜਿਹੜੇ ਪ੍ਰੀਵੀਅਸ ਈਅਰ ਬਾਰ ਪੁੱਛੇ ਗਏ ਸੀਗੇ, ਠੀਕ ਹੈ। ਚਲੋ ਮੈਨੂੰ ਆਸ਼ਾ ਕਰਦਾ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਊਗਾ, ਠੀਕ ਹੈ। ਅਤੇ ਤੁਸੀਂ ਰੋਜ਼ ਹੀ ਲੈਕਚਰ ਲਗਾਉਣਾ, ਜਿਹੜੇ ਜਿਵੇਂ ਪੁਆਇੰਟਸ ਲਗਾ ਰਹੇ ਇਹਨਾਂ ਸਾਰਿਆਂ ਨੂੰ ਤੁਸੀਂ ਨੋਟਸ ਬਣਾਉਂਦੇ ਰਹਿਣੇ, ਠੀਕ ਹੈ। ਜਿਹੜਾ ਤੁਹਾਨੂੰ ਆ ਰਿਹਾ ਉਹ ਛੱਡ ਦਿਓ ਚਾਹੇ ਜਿਹੜੇ ਤੁਹਾਨੂੰ ਨਹੀਂ ਆਉਂਦਾ ਉਹਦੇ ਪੁਆਇੰਟ ਪੱਕਾ ਬਣਾਉਣੇ, ਕਿਉਂਕਿ ਕੁਐਸਚਨ ਇਸ ਤੋਂ ਹੀ ਰਿਪੀਟ ਹੋਊਗਾ, ਠੀਕ ਹੈ। ਚਲੋ ਅੱਜ ਲੈਕਚਰ ਬਸ ਫਿਰ ਇੰਨਾ ਹੀ ਸੀਗਾ। ਫਿਰ ਆਪਾਂ ਬਾਕੀ ਅਤੇ ਇਸ ਜਿਹੜੇ ਲੈਕਚਰ ਦੇ ਜਿਹੜਾ ਤੁਹਾਨੂੰ ਹੈਂਡ ਰਿਟਨ ਨੋਟਸ ਹੈ ਉਹ ਕਿੱਥੇ ਮਿਲਣਗੇ? ਉਹ ਮਿਲਣਗੇ ਤੁਹਾਨੂੰ ਪੰਜਾਬ ਸਫਲਤਾ ਟੈਲੀਗ੍ਰਾਮ ਗਰੁੱਪ ਦੇ ਉੱਤੇ, ਠੀਕ ਹੈ। ਪੰਜਾਬ ਸਫਲਤਾ ਟੈਲੀਗ੍ਰਾਮ ਗਰੁੱਪ ਦੇ ਉੱਤੇ, ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ, ਠੀਕ ਹੈ। ਚਲੋ ਹੁਣ ਇੱਕ ਕੁਐਸਚਨ ਸੀਗਾ ਆਪਣਾ, ਉਹ ਦੇਖ ਲੈਂਦੇ ਹਾਂ EU ਵਾਲਾ, ਠੀਕ ਹੈ। ਹੁਣ ਆਇਆ ਕੌਣ ਸੀਗਾ ਬੰਦਾ EU ਵਾਲਾ? ਇੱਕ ਮਿੰਟ 2026 ਦੇ ਵਿੱਚ ਜਿਹੜੀ ਦਿੱਲੀ 2026 ਦੇ ਵਿੱਚ ਰਿਪਬਲਿਕ ਡੇ ਦੇ ਵਿੱਚ ਗੈਸਟ ਕੌਣ ਸੀਗਾ? EU ਸੀਗਾ। EU ਕੌਣ ਸੀਗਾ? ਯੂਰਪੀਅਨ ਯੂਨੀਅਨ, ਠੀਕ ਹੈ। ਹੁਣ ਇਹਦੇ ਬੰਦੇ ਕਿਹੜੇ ਆਏ ਸੀਗੇ? 2 ਬੰਦੇ ਆਏ ਸੀਗੇ, ਠੀਕ ਹੈ। EU ਦੇ 2 ਬੰਦੇ ਆਏ ਸੀ। ਇੱਕ ਦਾ ਨਾਮ ਕੀ ਸੀਗਾ? ਇੱਕ ਦਾ ਨਾਮ ਸੀਗਾ ਮਿਸਟਰ ਐਂਟੋਨਾ ਕੋਸਟਾ। ਮਿਸਟਰ ਐਂਟੋਨਾ ਕੋਸਟਾ ਇੱਕ ਤਾਂ ਇਹ ਸੀ, ਇਹ ਪ੍ਰੈਜ਼ੀਡੈਂਟ ਸੀਗਾ EU ਦਾ, ਅਤੇ ਇੱਕ ਇਹਦਾ ਪ੍ਰੈਜ਼ੀਡੈਂਟ, ਠੀਕ ਹੈ। ਇਹ ਪ੍ਰੈਜ਼ੀਡੈਂਟ ਸੀਗਾ, ਕੀ ਹੈ ਨਾਮ ਉਹਦਾ? ਐਂਟੋਨੀਆ ਕੋਸਟਾ। ANTONIA, ANTONO, ਠੀਕ ਹੈ। ਕੋਸਟਾ
ਇਹ ਪ੍ਰੈਜ਼ੀਡੈਂਟ ਸੀਗਾ, ਇੱਕ ਹੋਰ ਆਇਆ ਸੀ ਉਹ ਕਮਿਸ਼ਨਰ ਸੀਗਾ, ਠੀਕ ਹੈ, ਇਹਦਾ ਹੀ ਕਿਹਦਾ EU ਦਾ, ਉਹਦਾ ਨਾਮ ਕੀ ਹੈ ਯੂਰਸੁਲਾ ਵੌਂਡਰ, ਠੀਕ ਹੈ। ਇਹ 2 ਬੰਦੇ ਆਏ ਸੀਗੇ। ਚਲੋ ਵੈਸੇ ਹੁਣ ਦਿਖਿਆ ਨਹੀਂ ਹੋਗਾ ਯੂਰਸੁਲਾ ਵੌਂਡਰ, ਉੱਪਰ ਲਿਖਦਾ ਨਾ ਯੂਰਸੁਲਾ ਵੌਂਡਰ, ਠੀਕ ਹੈ, ਵੌਂਡਰਲਾਈਨ। ਇਹ 2 ਬੰਦੇ ਆਏ थे, एक कमिश्नर है, एक कौन है प्रेजिडेंट है EU ਦਾ। EU ਤਾਂ ਤੁਹਾਨੂੰ ਪਤਾ ਹੈ ਕਿ EU ਕੀ ਹੈ, ਯੂਰੋਪੀਅਨ ਯੂਨੀਅਨ ਮਤਲਬ ਜਿੰਨੇ ਵੀ ਯੂਰਪ ਦੇ ਵਿੱਚ ਦੇਸ਼ ਆਉਂਦੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਕੀ ਬਣਾਇਆ ਹੋਇਆ ਨੇ, ਇੱਕ ਆਪਦਾ ਇੱਕ ਯੂਨੀਅਨ ਬਣਾਇਆ ਹੋਇਆ, ਠੀਕ ਹੈ। ਇਕੱਠੇ ਮਿਲ ਕੇ ਜਿਹੜੇ ਜਿੰਨੇ ਵੀ ਯੂਰਪ ਦੇ ਵਿੱਚ ਦੇਸ਼ ਆਉਂਦੇ ਨੇ ਉਹਨਾਂ ਨੇ ਇਕੱਠੇ ਮਿਲ ਕੇ ਆਪਦੀ ਇੱਕ ਯੂਨੀਅਨ ਬਣਾਈ ਹੋਈ ਹੈ, ਠੀਕ ਹੈ। ਤਾਂ ਉਹਦਾ ਇੱਕ ਪ੍ਰੈਜ਼ੀਡੈਂਟ ਆਇਆ ਸੀਗਾ, ਪ੍ਰੈਜ਼ੀਡੈਂਟ ਦਾ ਨਾਮ ਕੀ ਸੀਗਾ ਐਨੋਟਾ ਕੋਸਟਾ, ਅਤੇ ਕਮਿਸ਼ਨਰ, ਠੀਕ ਹੈ। ਇਹ ਵੀ ਤੁਸੀਂ ਯਾਦ ਕਰਨਾ ਹੈ। ਚਲੋ ਅੱਜ ਦੇ ਲੈਕਚਰ ਵੈਸੇ ਇੰਨਾ ਹੀ ਸੀਗਾ, ਠੀਕ ਹੈ। ਅੱਜ ਦੇ ਲੈਕਚਰ 'ਚ ਇੰਨਾ ਹੀ ਸੀਗਾ, ਐਂਡ ਆਫ ਦਾ ਸੈਸ਼ਨ। ਅਤੇ ਮੈਂ ਆਸ਼ਾ ਕਰਦਾ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ। ਅਗਰ ਤੁਹਾਨੂੰ ਲੈਕਚਰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਕਮੈਂਟ ਕਰਨਾ ਨਾ ਭੁੱਲਿਓ। ਜਿਹੜੇ ਕੁਐਸਚਨ ਉਸ ਤੋਂ ਪੁੱਛੇ ਨੇ ਇੱਕ ਉਹ ਕਮੈਂਟ ਕਰਨਾ ਨਾ ਭੁੱਲਿਓ, ਇੱਕ ਐਂ ਦੱਸਣਾ ਵੀ ਨਾ ਭੁੱਲਿਓ ਤੁਹਾਨੂੰ ਲੈਕਚਰ ਕਿਵੇਂ ਲੱਗਿਆ। ਚਲੋ ਠੀਕ ਹੈ, ਫਿਰ ਮਿਲਦੇ ਫਿਰ ਕੱਲ੍ਹ ਇਸੀ ਟਾਈਮ 'ਤੇ। ਓਕੇ, ਥੈਂਕ ਯੂ।